जबकि तुझ बिन नहीं कोई मौजूद, जबकि तुझ बिन नहीं कोई मौजूद, फिर ये हंगामा ऐ खुदा क्या है। दिल नादां तुझे हुआ क्या है, दिल नादां। ट्रांसजेंडर एक अंब्रेला टर्म है, छतरी की तरह ਉਹਦੇ ਵਿੱਚ ਬਹੁਤ ਸਾਰੀ ਆਇਡੈਂਟੀਟੀਜ਼ हैं। ट्रांस वुमेन, ट्रांस मैन ਹਜੇ ਲੋਕ ਸਮਝ ਨਹੀਂ ਪਾ ਰਹੇ। ਜਦੋਂ ਅਸੀਂ ਪੈਦਾ ਹੁੰਦੇ ਆ ਤੇ ਕੋਈ ਵੀ ਬੱਚਾ चिल्लाते हुए तो नहीं आता ना कि मैं लड़का आ गया, मैं लड़के आ गया। खुसरा, हिजड़ा या किन्नर, वैसे ये शब्द अपने आप से पवित्र शब्द है, बट इनू गलत तरीके ने यूज किया है। 7th 8th ਵਿੱਚ ਆ ਕੇ ਉਹਨਾਂ ਦੇ ਨਾਲ ਬਹੁਤ ਸਾਰੇ ਪ੍ਰੋਬਲਮ ਹੁੰਦੀ ਸਮਾਜ ਵੱਲੋਂ, ਪੜਨ ਨਹੀਂ ਦਿੰਦੇ। ਪਾਕਿਸਤਾਨ ਵਾਲਾ ਪੰਜਾਬ ਹੈ, ਉੱਥੇ ख्वाजा सरा कहते, ख्वाजा सरा का ही शॉर्ट विच ख और सरा का शॉर्ट होकर खुसरा हो जाता है या खोजा होता। जो मुगल दरबारों के हरम सीगे राणियां दे, उन्हां दे हरम की रखवाली करने वास्ते किन्नर लोगों को रखा जाता सीगा। 93 च मैं इस पंजाब यूनिवर्सिटी टॉपर सीगी। किन्ने सालों का रिश्ता है यूनिवर्सिटी नाल? मेरे फादर यूनिवर्सिटी जॉब करते सीगे ते असीं बचपन तो ही यूनिवर्सिटी रहे हैं। ਤੁਸੀਂ ਦਾ ਅਨਮਿਊਟ ਦੇਖ ਰਹੇ ਹੋ ਤੇ ਮੈਂ ਆ ਰਵੀ ਸੰਗਰਾਹੂਰ। ਸਾਡਾ ਦੇਸ਼, ਸਾਡਾ ਸਮਾਜ ਵਿਭਿੰਨਤਾਵਾਂ ਦੇ ਨਾਲ ਭਰਿਆ ਹੋਇਆ ਹੈ। ਇੱਕ ਫੁੱਲਾਂ ਦਾ ਗੁਲਦਸਤਾ ਹੈ, ਉਹ ਚਾਹੇ ਬੋਲੀ ਨੂੰ ਲੈ ਕੇ ਹੋਵੇ ਜਾਂ ਫਿਰ ਸਾਡੀਆਂ ਨਸਲਾਂ ਨੂੰ ਲੈ ਕੇ ਹੋਵੇ। ਜਿਵੇਂ ਅਸੀਂ ਆਪ ਹੀ ਜਾਤਾਂ ਪਾਤਾਂ ਧਰਮ ਜੋ ਬਣਾਇਆ, ਪਰ ਇੱਕ ਗੁਲਦਸਤਾ, ਇਸ ਗੁਲਦਸਤੇ ਦੇ ਵਿੱਚ ਅਸੀਂ ਹਰ ਚੀਜ਼ ਨੂੰ ਅਡਾਪਟ ਕਰਦੇ ਹਾਂ, ਹਰ ਚੀਜ਼ ਨੂੰ ਮਨਜ਼ੂਰੀ ਦਿੰਦੇ ਹਾਂ, ਹਰ ਚੀਜ਼ ਨੂੰ ਤਸਦੀਕ ਕਰਦੇ ਹਾਂ। ਪਰ ਇੱਕ ਕਮਿਊਨਿਟੀ ਐਸੀ ਸਾਡੇ ਸਮਾਜ ਦੇ ਵਿੱਚ ਜਿਸ ਨੂੰ ਤਸਦੀਕ ਕਰਨ ਦੇ ਲਈ, ਉਸ ਨੂੰ ਕਿਸੇ ਵੀ ਤਰ੍ਹਾਂ ਦੀ ਮਨਜ਼ੂਰੀ ਦੇਣ ਦੇ ਲਈ ਸਾਨੂੰ ਹਿਚਕਚਾਹਟ ਹੁੰਦੀ ਹੈ। ਉਹ ਕਮਿਊਨਿਟੀ ਹੈ ਟਰਾਂਸਜੈਂਡਰ। ਤੁਸੀਂ ਕਿੰਨਰ ਕਹਿ ਸਕਦੇ ਹੋ, ਤੁਸੀਂ ਖੁਸਰੇ ਕਹਿ ਸਕਦੇ ਹੋ, ਵੱਖ-ਵੱਖ ਬੋਲੀਆਂ ਦੇ ਵਿੱਚ ਵੱਖ-ਵੱਖ ਨਾਮ। ਉਹਨਾਂ ਨੂੰ ਸਿਰਫ ਇੱਕ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਹੈ ਕਿ ਉਹ ਵਿਆਹਾਂ ਸ਼ਾਦੀਆਂ 'ਚ ਜਾਂਦੇ ਹੈ, ਖੁਸ਼ੀ ਦੇ ਸਮਾਗਮਾਂ 'ਚ ਜਾਂਦੇ ਹੈ ਔਰ ਉੱਥੇ ਉਹਨਾਂ ਦੇ ਨਾਲ ਖੁਸ਼ੀ ਸਾਂਝੀ ਕਰਦੇ ਆ, ਨੱਚਦੇ ਟੱਪਦੇ ਆ ਔਰ ਆਪਣੀ ਵਧਾਈ ਲੈ ਕੇ ਵਾਪਸ ਚਲੇ ਜਾਂਦੇ ਆ। ਜਾਣੀ ਇੱਕ ਇਸ ਨਜ਼ਰ ਦੇ ਨਾਲ ਜਿਹੜੇ ਲੋਕ ਆਪਾਂ ਇਹ ਕਹਿ ਲਓ ਕਿ ਛਲਾਰੂ ਟਾਈਪ ਦੇ ਜਿਹੜੇ ਲੋਕ ਨੇ, ਉਹਨਾਂ ਨੂੰ ਕਈ ਹੋਰ ਨਾਵਾਂ ਦੇ ਨਾਲ ਵੀ ਸੰਬੋਧਨ ਕਰਦੇ ਨੇ। ਜਾਣੀ ਉਹਨਾਂ ਦੇ ਲਈ ਬੜੇ ਸ਼ਰਮਨਾਕ ਸ਼ਬਦ ਯੂਜ਼ ਕੀਤੇ ਜਾਂਦੇ ਆ। ਮੇਰੇ ਨਾਲ ਅੱਜ ਗੱਲਬਾਤ ਕਰਨ ਦੇ ਲਈ ਕਿ ਐਸੀ ਪਰਸਨੈਲਿਟੀ ਹੋਣੀ ਆ। ਤੁਸੀਂ ਜਿਹੜੀਆਂ ਉਦਾਹਰਨਾਂ ਮੈਂ ਦਿੱਤੀਆਂ ਜਾਂ ਤੁਸੀਂ ਜਿਹੜੀਆਂ ਉਦਾਹਰਨਾਂ ਸਮਾਜ ਦੇ ਵਿੱਚ ਵੀ ਸੁਣਦੇ ਹੋ, ਉਹਨਾਂ ਨੂੰ ਬਿਲਕੁਲ ਝੁਠਲਾਉਂਦੀ ਹੋਈ ਇਹ ਸ਼ਖਸੀਅਤ ਹੈ। ਇਹ ਧਨੰਜੇ ਜੀ ਨੇ। ਅਸੀਂ ਇਸ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਖੜ੍ਹੇ ਹਾਂ। ਇੱਥੇ ਇਹਨਾਂ ਦਾ ਸਟਰਗਲ, ਇਹਨਾਂ ਦੀ ਲਾਈਫ ਦਾ ਸਟਰਗਲ, ਇਹ ਕਿਵੇਂ ਆਪਣੇ ਆਪ ਨੂੰ ਮਹਿਸੂਸ ਕਰਦੇ ਨੇ ਕਿ ਉਹਨਾਂ ਨੂੰ ਬਣਾ ਕੇ ਤਾਂ ਇੱਕ ਮੁੰਡਾ ਭੇਜਿਆ ਗਿਆ, ਪਰ ਉਹਨਾਂ ਦਾ ਦਿਮਾਗ ਕੁਝ ਹੋਰ ਕਹਿ ਰਿਹਾ, ਉਹ ਅੰਦਰੋਂ ਕੁਝ ਹੋਰ ਨੇ। ਜਦੋਂ ਉਹਨਾਂ ਨੂੰ ਇਹ ਫੀਲ ਹੁੰਦਾ ਹੈ ਕੀ ਸਟਰਗਲ ਰਹਿੰਦੀ ਹੈ, ਤੇ ਅੱਜ ਕੱਲ੍ਹ ਉਹਨਾਂ ਨੂੰ ਇੱਕ ਸਰਦਾਰ ਫੈਮਿਲੀ ਨੇ ਅਡਾਪਟ ਵੀ ਕੀਤਾ ਹੋਇਆ। तमाम ਗੱਲਾਂ ਬਾਤਾਂ ਕਰਾਂਗੇ ਜਿਨ੍ਹਾਂ ਨੂੰ ਜਾਣਨ ਦੀ ਇੱਛਾ ਮੇਰੀ ਉਤਸੁਕਤਾ ਜਿੰਨੀ ਆ, ਮੈਨੂੰ ਲੱਗਦਾ ਕਿ ਤੁਹਾਡੀ ਉਤਸੁਕਤਾ ਵੀ ਓਨੀ ਹੋਣੀ ਆ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ ਧਨੰਜੇ ਜੀ, ਬਹੁਤ ਬਹੁਤ ਸਵਾਗਤ। ਸਾਰੇ ਦਰਸ਼ਕਾਂ ਨੂੰ ਮੇਰਾ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਖੁਸ਼ ਹੋ? ਬਹੁਤ ਹੈਪੀ। ਸਿਹਤ ਠੀਕ ਹੈ? ਯੈਸ। ਅੱਜ ਯੂਨੀਵਰਸਿਟੀ 'ਚ ਖੜ੍ਹੇ ਹੋ, ਕੁਛ ਯਾਦਾਂ ਤਾਜ਼ਾ ਹੁੰਦੀਆਂ? ਯਾਦਾਂ ਤਾਜ਼ਾ ਹੋ ਰਹੀਆਂ ਕਿਉਂਕਿ ਮੈਂ ਯੂਨੀਵਰਸਿਟੀ ਕਦੀ ਛੱਡੀ ਨਹੀਂ। 93 ਚ ਮੈਂ ਇਸ ਪੰਜਾਬ ਯੂਨੀਵਰਸਿਟੀ ਦੀ ਟੌਪਰ ਸੀਗੀ। ਵਾਹ। ਮੈਂ BA ਆਨਰਸ ਕੀਤੀ ਹਿਸਟਰੀ 'ਚ, ਉਸ ਤੋਂ ਬਾਅਦ MA ਵਿੱਚ ਐਡਮਿਸ਼ਨ ਲਿਆ ਹਿਸਟਰੀ ਡਿਪਾਰਟਮੈਂਟ ਵਿੱਚ। ਲੇਕਿਨ ਮੈਂ ਕਰ ਨਹੀਂ ਪਾਈ ਕਿਉਂਕਿ ਮੇਰੇ ਨਾਲ ਰੈਗਿੰਗ ਹੋਈ ਤੇ ਮੈਨੂੰ ਛੱਡਣਾ ਪਿਆ। 94 ਵਿੱਚ ਮੈਂ ਲਾਅ ਵਿੱਚ ਐਡਮਿਸ਼ਨ ਲਿਆ, LLB ਵਿੱਚ, ਇੱਥੇ ਡਿਪਾਰਟਮੈਂਟ ਦੇ ਸਾਹਮਣੇ, ਤੇ ਇਵਨਿੰਗ 'ਚ ਮੇਰਾ ਐਡਮਿਸ਼ਨ ਹੋਇਆ। ਉਹ ਵੀ ਨਹੀਂ ਕਰ ਪਾਈ ਕਿਉਂਕਿ ਰਾਤ ਨੂੰ ਮੇਰੇ ਨਾਲ 9 ਵਜੇ ਕਲਾਸ ਖਤਮ ਹੋਈ ਤੇ ਮੁੰਡਿਆਂ ਨੇ ਮੇਰੇ ਨਾਲ ਸੈਕਸ਼ੁਅਲ ਅਬਿਊਜ਼ ਕੀਤਾ। ਸੋ ਉਸ ਤੋਂ ਬਾਅਦ ਪੜ੍ਹਾਈ ਲਿਖਾਈ ਕਿਸੇ ਨਾ ਕਿਸੇ ਤਰ੍ਹਾਂ ਚੱਲਦੀ ਰਹੀ। ਰਸ਼ੀਅਨ 'ਚ ਮੈਂ ਡਿਪਲੋਮਾ ਕੀਤਾ ਲੈਂਗੁਏਜ 'ਚ, ਫਿਰ ਫਰੈਂਚ ਲੈਂਗੁਏਜ 'ਚ ਡਿਪਲੋਮਾ ਕੀਤਾ, ਕੰਪਿਊਟਰ ਸਾਇੰਸ 'ਚ ਡਿਪਲੋਮਾ ਕੀਤਾ। ਕਾਫੀ ਸਾਰੀ ਚੀਜ਼ਾਂ ਮੈਂ ਸੈਲਫ ਸਟੱਡੀ ਨਹੀਂ ਛੱਡੀ ਕਦੀ ਵੀ।
ਤੇ ਸਟਰਗਲ ਕਰਦੀ ਰਹੀ ਲਗਾਤਾਰ ਆਪਣੇ ਵਜੂਦ ਦਾ ਵੀ। ਤੇ ਸੁਪਰੀਮ ਕੋਰਟ ਤੱਕ ਜਦ ਤੱਕ ਅਸੀਂ ਸੁਪਰੀਮ ਕੋਰਟ ਤੱਕ ਗਏ 2012 ਵਿੱਚ ਅਸੀਂ ਸਾਰੇ ਇੰਡੀਆ ਦੇ ਟਰਾਂਸਜੈਂਡਰ ਇਕੱਠਾ ਹੋਏ ਦਿੱਲੀ ਵਿੱਚ, ਤੇ ਅਸੀਂ ਇੱਕ PIL ਪਬਲਿਕ ਲਿਟੀਗੇਸ਼ਨ ਦਾਇਰ ਕੀਤੀ ਸੁਪਰੀਮ ਕੋਰਟ 'ਚ ਨਾਲਸਾ ਦੇ ਨਾਲ ਮਿਲ ਕੇ। ਨਾਲਸਾ ਮਤਲਬ ਨੈਸ਼ਨਲ ਲੀਗਲ ਸਰਵਿਸ ਅਥਾਰਟੀ ਦੇ ਨਾਲ ਮਿਲ ਕੇ ਇੱਕ PIL ਦਾਇਰ ਕੀਤੀ 15 ਅਪ੍ਰੈਲ 2014 ਨੇ। ਉਹ ਦਿਨ ਸੀ, ਇਤਿਹਾਸਿਕ ਦਿਨ ਸੀ, ਜਦੋਂ ਸਾਨੂੰ ਥਰਡ ਜੈਂਡਰ ਰਿਕੋਗਨਾਈਜ਼ ਕੀਤਾ ਗਿਆ। ਤੇ ਥਰਡ ਜੈਂਡਰ ਜਦੋਂ ਰਿਕੋਗਨਾਈਜ਼ ਕੀਤਾ ਗਿਆ ਤੇ ਫਸਟ ਟਾਈਮ ਸਾਨੂੰ ਵੋਟ ਦੇਣ ਦਾ ਵੀ ਅਧਿਕਾਰ ਮਿਲਿਆ। ਸਾਰਾ ਕੁਝ ਸਭ ਸੁਪਰੀਮ ਕੋਰਟ ਨੇ ਕਿਹਾ ਇਹਨਾਂ ਨੂੰ ਉਹੀ ਸਾਰੇ ਅਧਿਕਾਰ ਮਿਲਣੇ ਚਾਹੀਦੇ ਜੋ ਮਰਦ ਔਰਤ ਦੇ ਜੀ ਬਿਲਕੁਲ, ਜੋ ਸਮਾਜ ਦੇ ਵਿੱਚ ਜਨਮਿਆ। ਪੰਜਾਬ ਯੂਨੀਵਰਸਿਟੀ ਮੈਂ ਮੇਰੇ ਨਾਲ ਬਹੁਤ ਸਾਰੀ ਯਾਦਾਂ ਹੈ ਮੇਰੀਆਂ। ਤੇ 2016 ਤੱਕ ਆਉਂਦੇ ਮੈਂ ਉਸ ਚੀਜ਼ ਨੂੰ ਦੁਬਾਰਾ ਪਾਉਣ ਵਾਸਤੇ, ਕਿਉਂਕਿ ਯੂਨੀਵਰਸਿਟੀ 'ਚ ਮੈਨੂੰ ਨਿਕਲਣਾ ਪਿਆ, ਤੇ 2016 'ਚ ਜਾ ਕੇ ਮੈਨੂੰ ਐਡਮਿਸ਼ਨ ਦੁਬਾਰਾ ਮਿਲੀ ਇੰਨੇ ਸਟਰਗਲ ਤੋਂ ਬਾਅਦ। ਕਿੰਨੇ ਸਾਲਾਂ ਦਾ ਰਿਸ਼ਤਾ ਹੈ ਯੂਨੀਵਰਸਿਟੀ ਨਾਲ? ਮੇਰੇ ਫਾਦਰ ਯੂਨੀਵਰਸਿਟੀ ਜੌਬ ਕਰਦੇ ਸੀਗੇ ਤੇ ਅਸੀਂ ਬਚਪਨ ਤੋਂ ਹੀ ਯੂਨੀਵਰਸਿਟੀ ਰਹੇ ਹਾਂ। ਉੱਤਰਾਖੰਡ ਤੋਂ ਆ ਕੇ ਸਿੱਧੇ ਇੱਥੇ? ਹਾਂਜੀ, ਉੱਤਰਾਖੰਡ 'ਚ ਮੇਰਾ ਜਨਮ ਹੋਇਆ। ਪੌੜੀ ਅਸੀਂ ਹੇਮਕੁੰਟ ਸਾਹਿਬ ਜਾਂਦੇ ਜਦੋਂ ਰਸਤੇ 'ਚ ਦੇਵ ਪ੍ਰਯਾਗ ਪੈਂਦਾ ਜੀ, ਤੇ ਦੇਵ ਪ੍ਰਯਾਗ ਦੇ ਨੇੜੇ ਹੀ ਮੇਰਾ ਜਨਮ ਹੋਇਆ ਤੇ ਪਿੰਡ 'ਚ। ਤੇ ਉਸ ਤੋਂ ਬਾਅਦ ਕੁਝ ਮਹੀਨੇ ਬਾਅਦ ਮੇਰੇ ਫਾਦਰ ਸਾਹਿਬ ਇੱਥੇ ਯੂਨੀਵਰਸਿਟੀ 'ਚ ਲੈ ਕੇ ਆਏ ਸੀ ਮਦਰ ਨੂੰ ਤੇ ਮੈਨੂੰ। ਉਸ ਤੋਂ ਬਾਅਦ ਅਸੀਂ ਸਾਰੀ ਜ਼ਿੰਦਗੀ ਯੂਨੀਵਰਸਿਟੀ 'ਚ ਰਹੇ। ਬਟ ਸਟਰਗਲ ਜਿਹੜਾ ਆਈਡੈਂਟੀਟੀ ਦਾ ਹੈ, ਉਹ ਸਟਰਗਲ ਜੋ ਹੈ ਉਹ ਬਚਪਨ ਤੋਂ 3 ਸਾਲ ਦੀ ਏਜ ਤੋਂ ਲੈ ਕੇ ਅੱਜ 52 ਸਾਲ ਦੀ ਏਜ ਹੋ ਗਈ ਹੈ। ਮਤਲਬ ਤਕਰੀਬਨ 50 ਸਾਲ ਦਾ ਜਿਹੜਾ ਸਟਰਗਲ ਸੀਗਾ ਆਈਡੈਂਟੀਟੀ ਦਾ, ਜਿਹੜਾ ਮੇਰੇ ਨਾਲ ਆਈਡੈਂਟੀਟੀ ਕ੍ਰਾਈਸਿਸ ਹੋਈਆਂ। ਲੋਕਾਂ ਨੂੰ ਇਹ ਸਮਝ, ਸ਼ਾਇਦ ਆਮ ਲੋਕਾਂ ਨੂੰ ਸਮਝ ਨਾ ਆਏ, ਬਟ ਇਹ ਸਾਇੰਟੀਫਿਕ ਟਰਮ ਹੈਗੀ ਜੈਂਡਰ ਡਿਸਫੋਰੀਆ, ਜਾਂ ਅਸੀਂ ਇਹਨੂੰ ਕਹਿੰਦੇ ਆਈ ਟਰੈਪ ਇਨ ਰੋਂਗ ਬੋਡੀ, ਗਲਤ ਸਰੀਰ 'ਚ ਪੈਦਾ ਹੋਣਾ। ਪੁਰਾਣੇ ਜ਼ਮਾਨੇ 'ਚ ਇਹਨੂੰ ਅੰਧ ਵਿਸ਼ਵਾਸ ਨਾਲ ਜੋੜਿਆ ਜਾਂਦਾ ਸੀ, ਬਟ ਹੁਣ ਕਾਫੀ ਸਾਰੀ ਚੀਜ਼ਾਂ ਬਦਲ ਰਹੀਆਂ। ਕੋਈ ਐਵੇਂ ਨਹੀਂ ਪਾ ਲੈਂਦਾ ਸਾੜੀ ਕਿਉਂਕਿ ਅੰਦਰ ਉਹਨੂੰ ਲੱਗਦਾ ਕਿ ਮੈਂ ਔਰਤ ਹਾਂ। ਸੋ ਇਹ ਸਾਰੀ ਚੀਜ਼ਾਂ ਮੇਰੀ ਯੂਨੀਵਰਸਿਟੀ ਦੇ ਨਾਲ ਪਹਿਚਾਨ ਬਣੀ। ਆਈ ਐਮ ਧਨੰਜੇ ਬਿਕੋਜ਼ ਆਫ ਯੂਨੀਵਰਸਿਟੀ। ਮੇਰੀ ਕਿਤਾਬਾਂ ਨਾਲ ਪਹਿਚਾਨ ਹੈ, ਕਿਤਾਬ ਕਰਕੇ ਹੀ ਮੈਂ ਇੰਨੀ ਅੱਗੇ ਵਧੀ ਹਾਂ। ਅਗਰ ਐਜੂਕੇਸ਼ਨ ਨਾ ਹੁੰਦੀ ਜਾਂ ਮੈਂ ਵੀ ਤਾੜੀਆਂ ਪਿੱਟਦੀ ਰਹਿੰਦੀ, ਸੋ ਅੱਜ ਮੈਂ ਵੀ ਕੁਝ ਨਾ ਹੁੰਦੀ। ਉਹਨਾਂ ਦੀ ਕੁਝ ਮਜਬੂਰੀ ਸਮਝਦਾ, ਜਿਹੜੇ ਤੁਸੀਂ ਹੁਣੇ ਜ਼ਿਕਰ ਕੀਤਾ। ਤੁਹਾਡੀ ਗੱਲ ਮੈਂ ਕੱਟੀ ਹੈ, ਸੌਰੀ, ਆਪਾਂ ਇਹਨੂੰ ਕੰਟੀਨਿਊ ਕਰਾਂਗੇ। ਮਤਲਬ ਇਹ ਸਮਾਜ, ਜਿਸ ਸਮਾਜ ਦੇ ਵਿੱਚ ਤੁਸੀਂ ਵੀ ਪੈਦਾ ਹੋਏ, ਪਰ ਅੱਜ ਤੁਸੀਂ ਆਪਣੀ ਇੱਕ ਵੱਖਰੀ ਪਹਿਚਾਣ ਬਣਾ ਲਈ, ਤੁਸੀਂ ਆਪਣੀ ਆਇਡੈਂਟੀਟੀ ਇੱਕ ਐਸੀ ਬਣਾ ਲਈ ਕਿ ਹਰ ਦੀ ਨਜ਼ਰ ਤੁਹਾਨੂੰ ਬੜੀ ਰਿਸਪੈਕਟ ਦੇ ਨਾਲ ਦੇਖਦੀ ਹੈ। ਹਾਲਾਂਕਿ ਇਸ ਸਮਾਜ ਦੇ ਵਿੱਚ ਐ ਨਹੀਂ ਹੁੰਦਾ, ਬਹੁਤ ਕੁਝ ਉਹਨਾਂ ਨੂੰ ਝੱਲਣਾ ਪੈਂਦਾ, ਔਰ ਉਹ ਕਹਿੰਦੇ ਨੇ ਕਿ ਅਸੀਂ ਹੈ ਹੀ ਇੱਦਾਂ ਦੇ, ਸਾਨੂੰ ਝੱਲਣਾ ਪਊਗਾ ਇਹ ਸਾਰਾ ਕੁਝ। ਮਤਲਬ ਤੁਹਾਨੂੰ ਲੱਗਦਾ ਕਿ ਪਹਿਲਾਂ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ, ਜਾਂ ਉਹਨਾਂ ਦੀਆਂ ਮਜਬੂਰੀਆਂ, ਜਾਂ ਉਹਨਾਂ ਦੇ ਦਿਮਾਗ ਦੇ ਵਿੱਚ ਵੀ ਇਹ ਚੀਜ਼ਾਂ ਹੋ ਗਈਆਂ ਕਿ ਜੇਕਰ ਅਸੀਂ ਜਨਮੇ ਹਾਂ, ਅਸੀਂ ਇਸੇ ਕੰਮ ਲਈ ਜਨਮੇ, ਅਸੀਂ ਵਧਾਈਆਂ ਹੀ ਲੈਣੀਆਂ? ਇਹ ਐਕਚੁਅਲੀ ਸਾਰਿਆਂ ਨਾਲ ਇਦਾਂ ਹੁੰਦਾ, ਮੇਰੇ ਨਾਲ ਵੀ ਹੋ ਸਕਦਾ ਸੀਗਾ, ਬਟ ਪ੍ਰੋਬਲਮ ਇਹ ਹੋਈ, ਜਾਂ ਖੁਸ਼ਕਿਸਮਤੀ ਸਮਝੋ ਕਿ ਮੇਰਾ ਰੁਝਾਨ ਪੜ੍ਹਾਈ ਵਿੱਚ ਸੀਗਾ। ਤੇ 7th 8th ਵਿੱਚ ਆਉਂਦੇ ਸਾਰੇ ਟਰਾਂਸਜੈਂਡਰ, ਟਰਾਂਸ ਵੂਮਨ, ਟਰਾਂਸ ਮੈਨ, ਨॉन ਬਾਈਨਰੀ ਪੀਪਲ, ਕਿਉਂਕਿ ਟਰਾਂਸਜੈਂਡਰ ਇੱਕ ਅੰਬ੍ਰੈਲਾ ਟਰਮ ਹੈ, ਛਤਰੀ ਦੀ ਤਰ੍ਹਾਂ। ਉਹਦੇ ਵਿੱਚ ਬਹੁਤ ਸਾਰੀ ਆਈਡੈਂਟੀਟੀਜ਼ ਹੈ। ਮੈਂ ਔਰਤ ਹੈ, ਕੋਈ ਮਰਦ ਹੈ, ਕੋਈ ਨॉन ਬਾਈਨਰੀ, ਕੋਈ ਉਸ ਨॉन ਬਾਈਨਰੀ ਮਤਲਬ ਕਿ ਜਿਹੜੇ ਸਮਾਜ ਦੇ ਬਣਾਏ ਮਰਦ ਔਰਤ ਵਾਲਾ ਇੱਕ ਪॉकेट्स ਹੈ ਨਾ, ਉਹਦੇ ਵਿੱਚ ਸਮਾਉਂਦੇ ਨਹੀਂ, ਉਹ ਆਪਣੇ ਆਪ ਨੂੰ ਨਹੀਂ ਮੰਨਦੇ, ਕਿਉਂਕਿ ਜੈਂਡਰ ਇਜ਼ ਸੋਸ਼ਲੀ ਕੰਸਟਰਕਟਡ। ਜੈਂਡਰ ਜਿਹੜਾ ਹੈ ਸਮਾਜ ਦਾ ਇੱਕ ਬਣਾਇਆ ਹੋਇਆ ਇੱਕ, ਜਿਸ ਤਰ੍ਹਾਂ ਸਮਾਜ ਬਣਾਉਂਦਾ ਸੋਸ਼ਲੀ ਕੰਸਟਰਕਟਡ। ਸਪੋਜ਼ ਅਸੀਂ ਜਦੋਂ ਅਸੀਂ ਪੈਦਾ ਹੁੰਦੇ ਹਾਂ ਤੇ ਕੋਈ ਵੀ ਬੱਚਾ ਚਿल्लाਉਂਦੇ ਹੋਏ ਤਾਂ ਨਹੀਂ ਆਉਂਦਾ ਨਾ ਕਿ ਮੈਂ ਲੜਕਾ ਆ ਗਿਆ, ਮੈਂ ਲੜਕੀ ਆ ਗਈ। ਉਸਨੂੰ ਜਿਹੜਾ ਜੈਂਡਰ, ਉਹਦੀ ਪਹਿਚਾਣ ਹੈ, ਸਮਾਜਿਕ ਪਹਿਚਾਣ ਜਾਂ ਲੈਂਗਿਕ ਪਹਿਚਾਣ ਹੈ, ਉਹ ਸਮਾਜ ਦਿੰਦਾ ਹੈ। ਉਸ ਸਮਾਜ ਦੀ ਪਹਿਚਾਣ ਵਿੱਚ ਉਹ ਆਪਣੇ ਆਪ ਨੂੰ ਫਿੱਟ ਨਹੀਂ ਮੰਨਦਾ ਤੇ ਨॉन ਬਾਈਨਰੀ। ਸੋ ਜਿਹੜਾ ਸਮਾਜ ਆ, ਕਿੰਨਰ, ਖੁਸਰਾ, ਜੋ ਵੀ ਕਹਿੰਦੇ, ਟਰਾਂਸ ਵੂਮਨ, 7th 8th ਵਿੱਚ ਆ ਕੇ ਉਹਨਾਂ ਦੇ ਨਾਲ ਬਹੁਤ ਸਾਰੇ ਪ੍ਰੋਬਲਮ ਹੁੰਦੀ ਸਮਾਜ ਵੱਲੋਂ। ਪੜ੍ਹਨ ਨਹੀਂ ਦਿੰਦੇ, ਛੱਕਾ ਹੀ ਜਿਹੜਾ, ਮਾਮੂ, ਟੈਂਪੂ, ਬਹੁਤ ਸਾਰੀ ਗੱਲਾਂ, ਉਹਨੂੰ ਪਰੌਂਠਾ, ਆਪਣੇ ਬਣਾਏ ਹੋਏ ਸ਼ਬਦ ਜਿਹੜੇ ਸਾਹਮਣੇ ਵਾਲੇ ਨੂੰ ਜ਼ਲੀਲ। ਚਲੋ ਇਹ ਸ਼ਬਦ ਹੈ, ਮੂੰਹ ਨਾਲ ਬੋਲਦੇ, ਲੇਕਿਨ ਜਿਹੜੇ ਫਿਜ਼ੀਕਲੀ ਅਬਿਊਜ਼ ਕਰਦੇ ਹੈ, ਟੌਰਚਰ ਕਰਦੇ ਹੈ, ਕਿਡਨੈਪ ਕਰਕੇ ਰੇਪ ਕਰਦੇ ਹੈ, ਉਹਦੇ ਕਰਕੇ ਮੋਸਟਲੀ ਲੋਕ ਆਪਣੀ ਪੜ੍ਹਾਈ ਛੱਡ ਦਿੰਦੇ, ਘਰੋਂ ਭੱਜ ਜਾਂਦੇ ਹੈ, ਜਾਂ ਆਪਣੇ ਜਿਹੇ ਵਰਗੇ ਜੋ ਲੋਕ ਹੈ ਉਹਨਾਂ ਦੇ ਵਿੱਚ ਸ਼ਾਮਿਲ ਹੋ ਜਾਂਦੇ ਆ ਮਜਬੂਰੀ। ਜਦੋਂ ਮਜਬੂਰੀ ਹੈ, ਜਦ ਪੜ੍ਹਾਈ ਛੱਡ ਗਈ, ਜਦੋਂ ਉਹ ਪੜ੍ਹਨਾ ਚਾਹੁੰਦੇ ਸੀ ਲੋਕਾਂ ਨੇ ਪੜ੍ਹਨ ਨਹੀਂ ਦਿੱਤਾ,
ਅਸੀਂ ਲੋਕ ਮੈਂ ਵੀ ਬੜੀ ਮੁਸ਼ਕਿਲ ਨਾਲ ਪੜ੍ਹਾਈ ਕੀਤੀ ਹੈ। ਮੈਂ ਤਾਂ 7th 8th 'ਚ ਆ ਕੇ ਬਹੁਤ ਜ਼ਿਆਦਾ ਮੈਨੂੰ ਪ੍ਰੋਬਲਮ ਸ਼ੁਰੂ ਹੋਈ, ਲੇਕਿਨ ਮੈਂ ਬਹੁਤ ਸਟਰੋਂਗਲੀ ਮਤਲਬ ਉਸ ਚੀਜ਼ ਨੂੰ ਫੇਸ ਕੀਤਾ। ਜਿਸ ਤਰ੍ਹਾਂ ਹੁਣ ਕੋਈ ਬਿਮਾਰੀ ਹੋ ਜਾਏ, ਉਸ ਬਿਮਾਰੀ ਨੂੰ ਖਤਮ ਤਾਂ ਕਰ ਨਹੀਂ ਸਕਦੇ, ਫੇਸ ਕਰਨਾ ਪੈਂਦਾ ਹੈ। ਕੋਈ ਕੈਂਸਰ ਹੋ ਗਿਆ, ਲੜਨਾ ਪੈਂਦਾ ਉਸ ਨਾਲ ਜੀਣਾ ਹਾਂ, ਲੜਨਾ ਪੈਂਦਾ। ਕਿਸੇ ਨੂੰ HIV ਹੋਗਾ, ਉਹਨੂੰ ਉਹਦੇ ਨਾਲ ਲੜਨਾ ਪੈਂਦਾ। ਇਸੇ ਤਰ੍ਹਾਂ ਇੱਕ ਤਰ੍ਹਾਂ ਦੀ ਬਿਮਾਰੀ ਸੀਗੀ, ਮੇਰੀ ਬਿਮਾਰੀ ਨਹੀਂ ਸੀ ਸਰੀਰ ਦੀ, ਉਹ ਸਮਾਜ ਦੀ ਮਾਨਸਿਕ ਬਿਮਾਰੀ ਸੀ, ਜੋ ਕਿ ਮੇਰੇ ਉੱਪਰ ਤੀਰ ਦੀ ਤਰ੍ਹਾਂ ਵਰਸ਼ਾ ਹੋ ਰਹੀ ਸੀਗੀ। ਸੋ ਉਹਨੂੰ ਮੈਨੂੰ ਝੇਲਣਾ ਪਿਆ। ਐਂਡ ਆਈ ਵਾਜ਼ ਇਨ ਰਾਈਟ ਜੈਂਡਰ ਬਟ ਇਨ ਰੋਂਗ ਵਰਲਡ। ਮੈਂ ਬਿਲਕੁਲ ਸਹੀ ਜੈਂਡਰ ਵਿੱਚ ਸੀਗੇ ਬਟ ਗਲਤ ਸੰਸਾਰ ਵਿੱਚ ਪੈਦਾ ਹੋ ਗਈ। ਸੋ ਇਹ ਸਭ ਚੀਜ਼ਾਂ ਹੁੰਦੀ ਰਹੀਆਂ ਐਂਡ ਮਜਬੂਰੀ ਹੋ ਕਰਕੇ ਹੀ ਉਹ ਸਾਰੇ ਹਿਜੜਾ ਸਮਾਜ ਵਿੱਚ, ਕਿੰਨਰ ਸਮਾਜ ਵਿੱਚ ਸ਼ਾਮਿਲ ਹੋ ਜਾਂਦੇ हैं। ਫਿਰ ਉਹ ਹੋਰ ਕੋਈ ਆਪਸ਼ਨ ਨਹੀਂ ਹੁੰਦੀਆਂ, ਕੋਈ ਆਪਸ਼ਨ ਨਹੀਂ। ਤੁਹਾਡੀ ਇੱਕ ਸਟਰਗਲ ਰਹੀ, ਤੁਸੀਂ ਯੂਨੀਵਰਸਿਟੀ ਦੇ ਵਿੱਚ ਬਕਾਇਦਾ ਇੱਕ ਵੱਖਰਾ ਹੋਸਟਲ ਬਣਵਾਉਣ ਦੀ ਮੰਗ ਰੱਖ ਰਹੇ ਸੀ, ਬਕਾਇਦਾ ਇੱਕ ਵੱਖਰਾ ਜੋ ਵਾਸ਼ਰੂਮ ਹੋਣਾ ਚਾਹੀਦਾ। ਉਹ ਸਟਰਗਲ ਤੁਹਾਡੀ ਕੰਪਲੀਟ ਹੋਈ? ਹੁਣ ਸਟਰਗਲ ਦੇ ਵਿੱਚੋਂ ਉਸ ਤੋਂ ਲੰਘੇ ਹੋ, ਉਹਦੇ ਵਿੱਚ ਕਾਮਯਾਬ ਹੋ ਗਏ ਤੁਸੀਂ? ਬਿਲਕੁਲ। ਮੈਂ 2016 'ਚ ਜਦੋਂ ਮੇਰੀ ਐਡਮਿਸ਼ਨ ਹੋਈ ਤੇ ਸਭ ਤੋਂ ਪਹਿਲਾਂ ਪ੍ਰੋਬਲਮ ਜਿਹੜੀ ਸੀ ਵਾਸ਼ਰੂਮ ਦੀ ਸੀਗੀ, ਕਿਉਂਕਿ ਵਾਸ਼ਰੂਮ ਤਾਂ ਜਾਣਾ ਹੀ ਹੁੰਦਾ ਇਨਸਾਨ ਨੇ। ਤੇ ਜਦੋਂ ਮੈਨੂੰ ਲੱਗਿਆ ਕਿ ਇੱਥੇ ਮੈਨੂੰ ਜਾਣ ਨਹੀਂ ਦੇ ਰਹੇ ਜਾਂ ਮੇਰੇ ਨਾਲ ਬਿਹੇਵੀਅਰ ਨਾਲ ਸਟੂਡੈਂਟ ਦਾ ਸਹੀ ਨਹੀਂ ਸੀਗਾ, ਤੇ ਫਿਰ ਮੈਂ ਡਿਮਾਂਡ ਕੀਤੀ ਅਲੱਗ ਵਾਸ਼ਰੂਮ ਦਾ। ਫਿਰ ਅਲੱਗ ਵਾਸ਼ਰੂਮ ਦੀ ਡਿਮਾਂਡ ਪੂਰੀ ਹੋਈ। 2016 ਵਿੱਚ 23 ਲੱਖ ਰੁਪਏ ਬਜਟ ਪਾਸ ਹੋਇਆ। ਪੰਜਾਬ ਯੂਨੀਵਰਸਿਟੀ 4 ਜਗ੍ਹਾ ਟਾਇਲਟ ਬਣਾਉਣ ਦੀ ਮਨਜ਼ੂਰੀ ਹੋਈ। ਸੇ ਸਟੂਡੈਂਟ ਸੈਂਟਰ ਵੀ ਦੇਖੋਗੇ ਕਿ ਸਟੂਡੈਂਟ ਸੈਂਟਰ ਸੈਪਰੇਟ ਵਾਸ਼ਰੂਮ ਹੈ ਬਣਿਆ ਹੋਇਆ ਟਰਾਂਸਜੈਂਡਰ ਵਾਸਤੇ। ਐਂਡ ਇਹ ਜਿਹੜਾ ਇੰਡੀਆ ਵਿੱਚ ਪਹਿਲਾ ਟਰਾਂਸਜੈਂਡਰ ਟਾਇਲਟ ਸੀਗਾ ਸੈਪਰੇਟ ਜਿਹੜਾ ਪੂਰੀ ਇੰਡੀਆ 'ਚ। ਉਸ ਤੋਂ ਬਾਅਦ ਫਿਰ ਇਹ ਸੁਪਰੀਮ ਕੋਰਟ ਦੀ ਜਜਮੈਂਟ ਦਾਖਲ ਕਰਨ ਤੋਂ ਬਾਅਦ ਦੀ ਗੱਲ। ਸੋ ਉਸ ਤੋਂ ਬਾਅਦ ਫਿਰ ਫੀਸ ਦੀ ਪ੍ਰੋਬਲਮ ਆਈ। ਫੀਸ ਦੀ ਪ੍ਰੋਬਲਮ ਕਰਕੇ ਬਹੁਤ ਸਾਰੇ ਬੱਚੇ ਪੜ੍ਹਦੇ ਨਹੀਂ ਗਏ, ਛੱਡ ਦਿੰਦੇ। ਤੇ ਉਹ ਫੀਸ ਮਾਫੀ ਦੀ ਫਿਰ ਬਹੁਤ ਲੰਬੀ ਲੜਾਈ ਲੜੀ। 2018 'ਚ ਜਾ ਕੇ ਫੀਸ ਮਾਫ ਹੋਈ, ਫ੍ਰੀ ਐਜੂਕੇਸ਼ਨ। ਉਸ ਤੋਂ ਬਾਅਦ ਨਾਲ ਡਿਸਕ੍ਰਿਮੀਨੇਸ਼ਨ ਜਿਹੜਾ ਹੁੰਦਾ ਸੀ, ਭੇਦਭਾਵ, ਐਂਟੀ ਡਿਸਕ੍ਰਿਮੀਨੇਸ਼ਨ ਸੈੱਲ ਬਣਵਾਇਆ। ਬਹੁਤ ਸਾਰੇ ਹੋਰ ਵੀ ਹੋਸਟਲ ਦੀ ਮੰਗ ਹੁਣ ਪੂਰੀ ਹੋਈ। ਸੋ ਇਹ ਸਾਰੀ ਚੀਜ਼ਾਂ ਹੌਲੀ ਹੌਲੀ ਸਾਰੀ ਚੀਜ਼ਾਂ ਸੰਘਰਸ਼ ਨਾਲ ਹੀ, ਕਿਸੇ ਨੇ ਸਾਥ ਨਹੀਂ ਦਿੱਤਾ, ਇਕੱਲੇ ਲੱਗੀ ਰਹੀ। ਇਕੱਲੇ ਹੀ ਮੈਂ ਕਹਿੰਦਾ ਨਾ ਵਨ ਮੈਨ ਆਰਮੀ। ਹਾਂ, ਵਨ ਮੈਨ ਆਰਮੀ ਕਹਿ ਸਕਦੇ ਹੋ। ਬਟ ਸੰਘਰਸ਼, ਅਗਰ ਰਸਤਾ ਤੁਹਾਡਾ ਸਹੀ ਹੈ ਤਾਂ ਬੰਦਾ ਜਿੱਤਦਾ ਜ਼ਰੂਰ ਹੈ। ਹੁਣ ਕੀ ਫੀਲ ਕਰ ਰਹੇ ਹੋ? ਤੁਹਾਨੂੰ ਲੱਗਦਾ ਸਟਰਗਲ ਖਤਮ ਹੋ ਗਈ? ਨਹੀਂ, ਸਟਰਗਲ ਤਾਂ ਖਤਮ ਨਹੀਂ ਹੁੰਦੀ ਇਨਸਾਨ ਦੀ। ਸਟਰਗਲ ਸਾਰਿਆਂ ਦੀ, ਟਰਾਂਸਜੈਂਡਰ ਨੂੰ ਲੈ ਕੇ ਮਤਲਬ ਟਰਾਂਸ ਵੂਮਨ, ਟਰਾਂਸ ਮੈਨ, ਹਜੇ ਲੋਕ ਸਮਝ ਨਹੀਂ ਪਾ ਰਹੇ ਟਰਾਂਸਜੈਂਡਰ ਹੁੰਦੇ ਕੌਣ ਹੈ। ਜਿਸ ਤਰ੍ਹਾਂ ਤੁਸੀਂ ਹੁਣ ਕਿਹਾ ਸੀਗਾ ਖੁਸਰਾ, ਹਿਜੜਾ ਜਾਂ ਕਿੰਨਰ, ਵੈਸੇ ਇਹ ਸ਼ਬਦ ਆਪਣੇ ਆਪ 'ਚ ਪਵਿੱਤਰ ਸ਼ਬਦ ਹੈ, ਬਟ ਇਹਨੂੰ ਗਲਤ ਤਰੀਕੇ ਨਾਲ ਯੂਜ਼ ਕੀਤਾ ਹੈ। ਹਿਜੜਾ ਜਿਹੜਾ ਹੈ ਹਿਜਰ ਤੋਂ ਬਣਿਆ ਹੈ। ਹਿਜਰ ਮਤਲਬ ਹੁੰਦਾ ਸੈਪਰੇਟ ਹੋਣਾ, ਵਿਛੜਨਾ, ਵਿਛੋੜਾ। ਜੋ ਕਿ ਮੁਹੰਮਦ ਸਾਹਿਬ ਨੇ ਮੱਕਾ ਤੋਂ ਮਦੀਨਾ ਜਦੋਂ ਗਏ ਸੀ ਤਾਂ ਉਹਨਾਂ ਨੇ ਹਿਜਰੀ ਕਹਿਲਾਏ ਸੀਗੇ, ਉਹ ਹਿਜਰ ਹੋਇਆ ਸੀ ਉਹਨਾਂ ਨੂੰ। ਤੇ ਜਦੋਂ ਇੰਡੀਆ 'ਚ ਸ਼ਬਦ ਆਇਆ ਤੇ ਇਹ ਸਾਡੇ ਨਾਲ ਜੁੜ ਗਿਆ, ਕਿਉਂਕਿ ਟਰਾਂਸਜੈਂਡਰ ਆਪਣੇ ਘਰ 'ਚ ਉਹਨਾਂ ਨੂੰ ਘਰ 'ਚ ਰਹਿਣ ਨਹੀਂ ਦਿੰਦੇ, ਜਾਂ ਤਾਂ ਸਮਾਜ ਕਰਕੇ ਜਾਂ ਫੈਮਿਲੀ ਵਾਲੇ ਅਡੋਪਟ ਨਹੀਂ ਕਰਦੇ, ਤਾਂ ਛੱਡਣਾ ਪੈਂਦਾ ਉਹਨੂੰ। ਤੇ ਇੱਕ ਸਥਾਨ ਛੱਡ ਕੇ ਦੂਸਰੇ ਸਥਾਨ ਚਲੇ ਜਾਂਦੇ, ਤਾਂ ਹਿਜੜਾ ਕਹਿਲਾਉਂਦੇ। ਇਸੇ ਤਰ੍ਹਾਂ ਖੁਸਰਾ ਜਿਹੜਾ ਹੈ ਸ਼ਬਦ, ਜਿਹੜਾ ਆਪਣਾ ਇੰਡੀਆ ਦਾ ਪੰਜਾਬ ਹੈ, ਇਹਦੇ ਇੱਥੇ ਖੋਜਾ ਕਹਿੰਦੇ ਜਾਂ ਖੁਸਰਾ ਕਹਿੰਦੇ। ਲੇਕਿਨ ਜਿਹੜਾ ਪਾਕਿਸਤਾਨ ਵਾਲਾ ਪੰਜਾਬ ਹੈ ਉੱਥੇ ਖਵਾਜਾ ਸਰਾ ਕਹਿੰਦੇ। ਖਵਾਜਾ ਸਰਾ ਦਾ ਹੀ ਸ਼ਾਰਟ ਵਿੱਚ ਖ ਔਰ ਸਰਾ ਦਾ ਸ਼ਾਰਟ ਹੋ ਕੇ ਖੁਸਰਾ ਹੋ ਜਾਂਦਾ ਜਾਂ ਖੋਜਾ ਹੁੰਦਾ। ਸੋ ਇਹ ਜਿਹੜੇ ਖਵਾਜਾ ਸਰਾ ਸੀਗੇ ਉਹ ਦਰਗਾਹਾਂ 'ਚ ਰਹਿੰਦੇ ਸੀਗੇ, ਆਪਣੇ ਪੀਰਾਂ ਨਾਲ, ਮੁਰਸ਼ਿਦਾਂ ਨਾਲ, ਜੋ ਵੀ ਹੈ ਉਹ ਆਪਣੇ ਗੁਰੂ ਦੀ ਸੇਵਾ ਕਰਦੇ ਸੀਗੇ। ਬਾਬਾ ਬੁੱਲੇ ਸ਼ਾਹ ਦਾ ਜਿਹੜਾ ਇੱਕ ਸ਼ੇਰ ਹੈਗਾ ਕਿ ਨੀ ਮੈਂ ਰੁੱਸਿਆ ਯਾਰ ਮਨਾਣਾ, ਭਾਵੇਂ ਮੈਨੂੰ ਕੰਜਰੀ ਬਣਨਾ ਪਵੇ। ਸੋ 12 ਸਾਲ ਤੱਕ ਉਹ ਘੁੰਗਰੂ ਬਣ ਕੇ ਨੱਚਦੇ ਰਹੇ। ਇਹ ਸਾਰੀ ਸਾਡੀ ਐਗਜ਼ਾਮਪਲਸ ਨੇ। ਅਮੀਰ ਖੁਸਰੋ ਸਾਹਿਬ ਨੇ ਬਹੁਤ ਸਾਰੀ ਕਵਾਲੀਆਂ ਲਿਖੀਆਂ ਜਿਹਦੇ ਵਿੱਚ ਉਹਨੂੰ ਆਪਣੇ ਆਪ ਨੂੰ ਔਰਤ ਮੰਨ ਕੇ ਉਹਨਾਂ ਨੇ ਕਵਾਲੀਆਂ। ਸੋ ਇਹ ਜਿਹੜੇ ਸ਼ਬਦ ਹੈ ਨਾ ਆਪਣੇ ਆਪ 'ਚ ਪਵਿੱਤਰ ਹੈ। ਕਿੰਨਰ ਸੰਸਕ੍ਰਿਤ ਸ਼ਬਦ ਹੈ। ਕਿੰਨਰ ਦਾ ਮਤਲਬ ਹੁੰਦਾ ਅਲੱਗ ਤਰ੍ਹਾਂ ਦਾ ਆਦਮੀ, ਡਿਫਰੈਂਟ, ਮਤਲਬ ਅਲੱਗ। ਸੋ ਡਿਫਰੈਂਟ ਇਜ਼ ਨਾਟ ਰੋਂਗ, ਡਿਫਰੈਂਟ ਆਲਵੇਜ਼ ਯੂਨੀਕ, ਹਮੇਸ਼ਾ ਯੂਨੀਕ ਹੁੰਦਾ। ਸੋ ਇਹ ਸਾਰੀ ਚੀਜ਼ਾਂ ਫੇਸ ਕਰਦੇ ਜ਼ਿੰਦਗੀ ਨਿਕਲ ਜਾਂਦੀ ਹੈ। ਇੱਕ ਦੋ ਬੰਦੇ ਸਮਝਦੇ ਉਹ ਅਡੋਪਟ ਕਰ ਲੈਂਦੇ ਸਾਨੂੰ। ਜਿਸ ਤਰ੍ਹਾਂ ਮੈਨੂੰ ਅਡੋਪਟ ਕੀਤਾ ਸਰਦਾਰ ਦਿਲਬਾਰਾ ਸਿੰਘ ਜੀ ਔਰ
ਔਰ ਉਹਨਾਂ ਦੀ ਵਾਈਫ ਜਿਹੜੀਆਂ ਸ਼ਮਸ਼ੇਰ ਕੌਰ ਚਾਹਲ, ਉਹਨਾਂ ਨੇ ਅਡਾਪਟ ਕੀਤਾ ਮੈਨੂੰ। ਤੇ ਇੱਕ ਉਹਨਾਂ ਦਾ ਬਹੁਤ ਵੱਡਾ ਇੱਕ ਕਦਮ ਹੈ ਸਮਾਜ ਦੇ ਵਾਸਤੇ ਵੀ, ਸਮਾਜ ਲਈ ਉਹਨਾਂ ਦਾ ਉਦਾਹਰਣ ਹੈ। ਸਮਾਜ ਦੇ ਉੱਪਰ ਜਿਹੜੇ ਸਾਨੂੰ ਗਲਤ ਕਹਿੰਦੇ ਉਹਨਾਂ ਦੇ ਉੱਪਰ ਉਹਨਾਂ ਦਾ ਇੱਕ ਤਮਾਚਾ ਵੀ ਹੈ। ਬਿਲਕੁਲ ਸਰ। ਸੋ ਬਟ ਸਟਰਗਲ ਖਤਮ ਨਹੀਂ ਹੋਇਆ। ਹੋਇਆ। ਇਹ ਸਭ ਕਿਵੇਂ ਹੋਇਆ? ਕਾਫੀ ਚਰਚਾ ਹੈ ਇਸ ਵੇਲੇ ਤੁਹਾਨੂੰ ਅਡਾਪਟ ਕਰਨਾ ਸਰਦਾਰ ਫੈਮਿਲੀ ਦੇ ਵੱਲੋਂ, ਪਰ ਇਸ ਤੋਂ ਪਹਿਲਾਂ ਮੇਰਾ ਇੱਕ ਸਵਾਲ ਲੈ ਲਿਓ, ਤੁਹਾਡੀ ਆਪਣੀ ਫੈਮਿਲੀ ਦੀ ਸਪੋਰਟ ਕਿਸ ਤਰ੍ਹਾਂ ਦੀ ਰਹੀ ਹੈ ਜਦੋਂ ਤੁਹਾਨੂੰ ਇਹ ਫੀਲ ਹੋਇਆ ਕਿ ਮੇਰਾ ਜੈਂਡਰ ਕੁਛ ਹੋਰ ਹੈ, ਤੁਸੀਂ ਆਪਣੇ ਆਪ ਨੂੰ ਆਇਡੈਂਟੀਫਾਈ ਕਰਨਾ ਸ਼ੁਰੂ ਕੀਤਾ? ਓਬਵੀਅਸ ਜੀ ਗੱਲ ਹੈ ਕਿ ਫੈਮਿਲੀ ਨੇ ਵੀ ਤੁਹਾਨੂੰ ਆਇਡੈਂਟੀਫਾਈ ਕਰਨਾ ਸ਼ੁਰੂ ਕੀਤਾ ਹੋਏਗਾ। ਉਦੋਂ ਤੋਂ ਲੈ ਕੇ ਜਦੋਂ ਤੱਕ ਤੁਸੀਂ ਯੂਨੀਵਰਸਿਟੀ ਦੇ ਵਿੱਚ ਪੜ੍ਹਨ ਨਹੀਂ ਲੱਗ ਗਏ, ਇਸ ਦੇ ਦਰਮਿਆਨ ਫੈਮਿਲੀ ਦੀ ਸਪੋਰਟ ਕਿਵੇਂ ਦੀ ਰਹੀ ਤੁਹਾਨੂੰ, ਜਾਂ ਅੱਜ ਤੱਕ ਵੀ ਤੁਸੀਂ ਕਿਸ ਤਰ੍ਹਾਂ ਦੇ ਨਾਲ? ਫੈਮਿਲੀ ਦੀ ਸਪੋਰਟ ਹੁੰਦੀ ਫਿਰ ਸਾਨੂੰ ਬਾਹਰ ਥੋੜੀ ਰਹਿਣਾ ਪੈਣਾ ਸੀ। ਤੁਸੀਂ ਆਪ ਸਮਝਦਾਰ ਹੋ। ਦੇਖੋ, ਜਦੋਂ ਅਗਰ ਫੈਮਿਲੀ ਸਪੋਰਟ ਕਰਦੀ, ਜਿਸ ਤਰ੍ਹਾਂ ਹੁਣ ਸਰਦਾਰ ਦਲਬਾਰਾ ਸਿੰਘ ਜੀ ਜਾਂ ਸ਼ਮਸ਼ੇਰ ਕੌਰ ਜੀ, ਉਹਨਾਂ ਨੇ ਸਾਨੂੰ ਅਡਾਪਟ ਕੀਤਾ ਹੈ, ਅਸੀਂ ਉਹਨਾਂ ਦੇ ਨਾਲ ਰਹਿ ਰਹੇ ਹਾਂ। ਅਸੀਂ ਉਦੋਂ ਨਿਕਲ ਥੋੜੀ ਗਏ, ਅਲੱਗ ਥੋੜੀ ਰਹੇ। ਇਸੇ ਤਰ੍ਹਾਂ ਸਾਰੇ ਟਰਾਂਸਜੈਂਡਰ ਮੈਂ ਕਹਿੰਦਾ ਕਿ ਉਹਨਾਂ ਦੇ ਪੇਰੈਂਟਸ ਅਡਾਪਟ ਕਰ ਲੈਣ। ਐਂਡ ਜਦੋਂ ਉਹਨਾਂ ਨੂੰ ਮੇਰੇ ਪੇਰੈਂਟਸ ਜਿਨ੍ਹਾਂ ਨੇ ਮੈਨੂੰ ਅਡਾਪਟ ਕੀਤਾ, ਉਹਨਾਂ ਨੂੰ ਕੋਈ ਕੁਐਸਚਨ ਪੁੱਛਦਾ, ਉਹ ਖੁੱਲ੍ਹ ਕੇ ਜਵਾਬ ਦਿੰਦੇ ਆ, ਅੱਖਾਂ 'ਚ ਅੱਖਾਂ ਪਾ ਕੇ ਕਹਿੰਦੇ ਯਸ ਮੇਰੀ ਬੇਟੀ ਆ। ਉਹ ਅਗਲਾ ਬੰਦਾ ਕੁਐਸਚਨ ਨਹੀਂ ਕਰਦਾ, ਉਹ ਡਰ ਜਾਂਦਾ। ਇਸੇ ਤਰ੍ਹਾਂ ਅਗਰ ਪੇਰੈਂਟਸ ਵੀ ਸਾਡੇ ਜਿਨ੍ਹਾਂ ਨੇ ਜਨਮ ਦਿੱਤਾ, ਅਗਰ ਉਹ ਖੜੇ ਹੋ ਜਾਣ ਕਿ ਯਸ ਮੇਰੀ ਬੇਟੀ ਹੈ, ਮੇਰਾ ਬੇਟਾ ਹੈ, ਜੋ ਵੀ ਹੈ, ਤੁਹਾਨੂੰ ਕੋਈ ਪ੍ਰੋਬਲਮ ਹੈ ਇਹਦੇ ਨਾਲ, ਸੋ ਇਹ ਚੀਜ਼ਾਂ ਮੇਰੇ ਫਾਦਰ ਸਾਡਾ ਸਮਾਜ ਨਹੀਂ ਮਤਲਬ ਕਿਸੇ ਨੂੰ ਜਗ੍ਹਾ ਦਿੰਦਾ। ਨੋ, ਮੇਰੇ ਨੇ ਅਡਾਪਟ ਵੀ ਕਰ ਲਿਆ, ਫਿਰ ਵੀ ਸਮਾਜ ਉਹਨਾਂ ਨੂੰ ਸਵਾਲ ਕਰਦੇ ਆ। ਐਂਡ ਲੋਕ ਕਈ ਵਾਰੀ ਡਰ ਕੇ ਮਾਰੇ ਨਹੀਂ ਵੀ ਕਰਦੇ ਆ, ਅੱਗੇ ਪਿੱਛੇ ਦੇਖ ਕੇ ਚਲੇ ਜਾਂਦੇ ਆ, ਮਤਲਬ ਦੇਖਦੇ ਰਹਿੰਦੇ ਆ। ਉੱਥੇ ਸਾਡੇ ਘਰ ਦੇ ਬਾਹਰ ਅਸੀਂ ਬੈਠੇ ਹੁੰਦੇ ਤਾਂ ਹਰ ਬੰਦੇ ਦੀ ਨਜ਼ਰ ਸਾਡੇ ਵੱਲ ਹੀ ਹੁੰਦੀ ਹੈ। ਇੱਕ ਵਾਰੀ ਮੇਰੇ ਕੁਝ ਸਾਲ 2 ਸਾਲ ਪਹਿਲੇ, 1.5-2 ਸਾਲ ਪਹਿਲੇ ਮੇਰੇ ਫਾਦਰ ਦੀ ਡੈਥ ਹੋ ਗਈ ਸੀ, ਤੇ ਮੈਂ ਚਲੀ ਗਈ। ਫਾਦਰ ਤਾਂ ਸੀਗੇ ਹੀ ਮੇਰੇ, ਤੇ 13ਵੀਂ 'ਚ ਜਦੋਂ ਮੈਂ ਬੈਠੀ ਸੀ ਤਾਂ ਰਿਸ਼ਤੇਦਾਰਾਂ ਨੇ ਵਿੱਚ ਇੱਕ ਇੱਕ ਕਰਕੇ ਜਾਣਾ ਸ਼ੁਰੂ ਕਰ ਦਿੱਤਾ। ਮੇਰੇ ਫਰੈਂਡਸ ਵੀ ਆਈ ਸੀ ਜਿਹੜੇ ਟਰਾਂਸਜੈਂਡਰ ਸੀਗੇ। ਉਹਨਾਂ ਨੇ ਕਿਹਾ, ਰਿਸ਼ਤੇਦਾਰਾਂ ਨੇ, ਕਿ ਇਹਦਾ ਖੁਸਰਿਆਂ ਦੇ ਇੱਥੇ ਤਾਂ ਖੁਸਰਿਆਂ ਨੇ ਆਉਣਾ, ਚਲੋ ਇੱਥੋਂ ਦੀ। ਤੇ ਉਹ ਨਿਕਲ ਗਏ ਕਾਫੀ ਸਾਰੇ ਲੋਕ। ਤੇ ਅਸੀਂ ਫਿਰ ਇਸ ਕਰਕੇ ਅਸੀਂ ਨਾ ਪਰਿਵਾਰਾਂ 'ਚ ਜਾਂ ਆਪਣੀ ਰਿਸ਼ਤੇਦਾਰਾਂ 'ਚ ਜਾਂਦੇ ਨਹੀਂ। ਲੋਕ ਬਹੁਤ ਡਿਸਕ੍ਰਿਮੀਨੇਸ਼ਨ ਕਰਦੇ, ਬਹੁਤ ਜ਼ਿਆਦਾ ਬੁਲੀ ਕਰਦੇ, ਹਰਾਸਮੈਂਟ ਕਰਦੇ, ਐਂਡ ਉਹਨਾਂ ਨੂੰ ਸਮਝ ਹੀ ਨਹੀਂ। ਮੇਰੇ को लगता है एजुकेशन नहीं है, पढ़े लिखे हैं, डॉक्टर भी है, लेकिन वो लिटरेसी उन्होंने मैं मानती है, वो लिटरेट है बट एजुकेटेड नहीं है। अगर वो एजुकेटेड होंगे, उन्होंने जेंडर की या सैक्सुअलिटी की समझ होंगी, तो अज वो इदां दी गल्लां ना करते। बट मैनूं लगता कि समाज अजे बहुत पिछड़ा है। असीं अंधकार के युग च रह रहे हैं, जिहदे विच सिर्फ 2 इंसान, मर्द औरत, इस तो इलावा किसी नूं नहीं समझा जाता। अजे बहुत सारी लोड़ है सरकार वालों भी, समाज वालों भी, कि असीं ਜਿਹੜੇ ਟਰਾਂਸਜੈਂਡਰ ਹੈ ਉਹਨਾਂ ਨੂੰ ਮੁੱਖ ਧਾਰੇ 'ਚ ਜੋੜੀਏ, ਉਹਨਾਂ ਨੂੰ ਸਮਝੀਏ। ਤੇ ਸਾਨੂੰ ਕੁਛ ਹੋਰ, ਵੀ ਡੋਂਟ ਨੀਡ ਐਨੀ ਸਪੈਸ਼ਲ ਰਾਈਟਸ, ਵੀ ਨੀਡ ਓਨਲੀ ਐਕਸੈਪਟੈਂਸ। ਸਾਨੂੰ ਕੋਈ ਇੱਦਾਂ ਸਪੈਸ਼ਲ ਰਾਈਟਸ ਦੀ ਜ਼ਰੂਰਤ ਨਹੀਂ ਹੈ। ਬਸ ਸਾਡੇ ਨਾਲ ਕੋਈ ਬੈਠਣ ਵਾਲਾ ਹੋਵੇ, ਸਾਡੀ ਗੱਲਾਂ ਸੁਣਨ ਵਾਲਾ, ਸਾਡੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਾ ਕਰੇ। ਅਸੀਂ ਪੜ੍ਹਾਈ 'ਚ ਵੀ ਬਹੁਤ ਹੁਸ਼ਿਆਰ ਹੈ। ਇੱਥੇ ਜਿੰਨੇ ਵੀ ਟਰਾਂਸਜੈਂਡਰ ਸਭ ਨੇ ਟੌਪ ਕੀਤਾ ਹੈ। ਇਸ ਤੋਂ ਬਾਅਦ 2016 ਤੋਂ ਬਾਅਦ ਮੈਂ ਵੀ 2016 'ਚ ਇੱਥੇ ਅੱਛਾ ਆਪਣਾ ਫਸਟ ਡਿਵੀਜ਼ਨ ਪਾਸ ਕੀਤਾ ਹੈ। तो सारे लोग अच्छी पढ़ाई करते हैं, बस उन्होंने एक्सेप्टेंस नहीं होंगी। तुसी सोचो कि बिना एक्सेप्टेंस तो इन्हें फर्स्ट डिवीजन ले रहे हैं। जे उन्होंने एक्सेप्टेंस होंगी, परिवार होंदा, घर होंदा, माँ दुध लेके आती, बेटा दुध पी ले रात को, पढ़ाई कर रहा, तो अगर उदा का माहौल होंदा, जो बच्चे पढ़ लिख IAS ऑफिसर होंदे। बट समाज की सोच इदां दी है। ਜਦੋਂ ਤੁਹਾਨੂੰ ਰਸਤਾ ਮਿਲ ਗਿਆ, ਤੁਸੀਂ ਪੜ੍ਹ ਲਏ, ਤੁਹਾਡੀ ਐਡਮਿਸ਼ਨ ਹੋਣੀ ਸ਼ੁਰੂ ਹੋ ਗਈ, ਤੁਹਾਡੀ ਫੀਸ ਵੀ ਫ੍ਰੀ ਹੋ ਗਈ ਇੱਥੋਂ, ਫਿਰ ਤੁਸੀਂ ਕੋਸ਼ਿਸ਼ ਕੀਤੀ, ਅਪਰੋਚ ਕੀਤੀ ਕਿਸੇ ਤੱਕ ਆਪਣੇ ਸਮਾਜ ਦੇ ਵਿੱਚ ਕਿ ਕੋਸ਼ਿਸ਼ ਕਰੀਏ? ਕੋਈ ਬਹੁਤ ਸਾਰੇ ਲੋਕ ਤੁਹਾਡੇ ਵਾਂਗੂ ਸੋਚਦੇ ਹੋਣਗੇ, ਜਿਹੜੇ ਵੱਖ-ਵੱਖ ਡੇਰਿਆਂ ਤੇ ਵੀ ਕੰਮ ਕਰ ਰਹੇ ਨੇ, ਵਧਾਈਆਂ ਲੈਣ ਦਾ ਕੰਮ ਕਰ ਰਹੇ ਨੇ, ਕਿ ਅਪਰੋਚ ਕਰੀਏ ਉਹਨਾਂ ਤੱਕ ਕਿ ਦੇਖੋ ਆਪਾਂ ਨੂੰ ਇਹ ਸਾਰੀਆਂ ਸੁਵਿਧਾਵਾਂ ਮਿਲ ਰਹੀਆਂ, ਆਪਾਂ ਨੂੰ ਇਹ ਲੈਣੀਆਂ ਚਾਹੀਦੀਆਂ? बिल्कुल, मैं अप्रोच बहुत की है, बट ज़्यादा सपोर्ट नहीं मिला। मैंने लगता शायद मेरा फोकस गलत जगह चला है। मैनू फोकस चाहिए सीगा स्कूल और कॉलेज में पढ़न वाले बच्चों का, लेकिन जो निकल चुके हैं उन्होंने वापस फड़ के लिया बड़ा मुश्किल है। लेकिन जोड़े हुण रस्ते च स्कूल विच बच्चे हैं, मेरा फोकस हुण स्टूडेंट्स जोड़े स्कूल के बच्चे हैं,
14-15 ਸਾਲ ਦੇ, ਉਹਨਾਂ ਨੂੰ ਡ੍ਰੌਪ ਆਊਟ ਨਾ ਹੋਣ ਦੇਣ, ਉਹਨਾਂ ਦਾ ਸਕੂਲ ਤੋਂ ਨਾਮ ਨਾ ਕੱਟਿਆ ਜਾਵੇ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਭੇਦਭਾਵ ਕਰਕੇ ਉਹਨਾਂ ਨੂੰ ਸਕੂਲ ਨਾ ਛੱਡਣਾ ਪਵੇ, ਸੈਕਸ਼ੂਅਲ ਅਬਿਊਜ਼ ਨਾ ਹੋ, ਸਾਰੀ ਚੀਜ਼ਾਂ। ਮੈਂ CBSE ਦੀ ਜਿਹੜੀ ਮੋਡਿਊਲ ਟੀਚਰ ਮੋਡਿਊਲ ਚੇਂਜ ਹੋ ਰਿਹਾ ਉਹਦੀ ਕਮੇਟੀ ਦੇ ਮੈਂਬਰ ਵੀ ਹਾਂ, ਤੇ ਅਸੀਂ CBSE ਦੇ ਵਿੱਚ ਜਿੰਨੇ ਵੀ ਮੈਂ ਰਿਕਮੈਂਡੇਸ਼ਨ ਦੇ ਸਕਦੀ ਸੀ ਪੜ੍ਹਾਈ ਦੇ ਮਾਮਲੇ 'ਚ ਕਿ ਟੀਚਰ ਨੂੰ ਕਿਵੇਂ ਅਵੇਅਰ ਕਰ ਸਕਦਾ ਹੈ ਤਾਂ ਕਿ ਟੀਚਰਸ ਵੀ ਧਿਆਨ ਰੱਖਣ ਇੱਦਾਂ ਦੇ ਬੱਚੇ ਦੇ। ਜਦੋਂ ਉਹਦੇ ਜੇ ਟੀਚਰਸ ਦੇ ਕਲਾਸ ਵਿੱਚ 2-4 ਬੱਚੇ ਇੱਦਾਂ ਦੇ ਹਨ ਜਿਹੜੇ ਉਹਨੂੰ ਲੱਗਦਾ ਕਿ ਡਿਫਰੈਂਟ ਹੈ, ਕਿਉਂਕਿ ਕੋਈ ਇੱਦਾਂ ਨਹੀਂ ਕਹੇਗਾ ਮੈਂ ਟਰਾਂਸਜੈਂਡਰ ਹਾਂ, ਉਹਨਾਂ ਨੂੰ ਕੀ ਪਤਾ ਮੈਂ ਟਰਾਂਸਜੈਂਡਰ ਹੁੰਦਾ ਕੀ ਹੈ। ਉਹ ਕੁੜੀਆਂ ਵਰਗਾ ਬੈਠਾ ਹੈਗਾ, ਕੁੜੀਆਂ ਵਰਗਾ ਚੱਲਦਾ ਹੈ, ਤੇ ਸਾਨੂੰ ਖੁਦ ਵੀ ਨਹੀਂ ਪਤਾ ਜਦੋਂ 12-14 ਸਾਲ ਦੇ, ਸਾਨੂੰ ਆਪ ਨਹੀਂ ਪਤਾ ਸੀ ਕਿ ਅਸੀਂ ਕਿਹੜੇ ਪੈਣਾ। ਹਾਂ, ਸੋ ਟੀਚਰਸ ਦਾ ਡਿਊਟੀ ਹੈ ਕਿ ਉਹਨਾਂ ਦਾ ਧਿਆਨ ਰੱਖਣ, ਡ੍ਰੌਪ ਆਊਟ ਨਾ ਹੋਵੇ, ਉਹਨਾਂ ਦੇ ਨਾਲ ਕੋਈ ਵੀ ਭੇਦਭਾਵ ਹੁੰਦਾ ਉਹਨੂੰ ਜਦ ਹੀ ਐਡਰੈਸ ਕਰਕੇ ਉਹਨੂੰ ਖ਼ਤਮ ਕੀਤਾ ਜਾਵੇ, ਤੇ ਉਹਨਾਂ ਨੂੰ ਪੜ੍ਹਾਈ ਦੇ ਮਾਮਲੇ 'ਚ ਪੂਰਾ ਸਪੋਰਟ ਕਰਨਾ ਚਾਹੀਦਾ। ਮੇਰਾ ਵੀ ਫੋਕਸ ਇਸੇ ਕਰਕੇ ਹੈ ਕਿ ਬੱਚੇ ਉਹ ਡ੍ਰੌਪ ਆਊਟ ਨਾ ਕਰਨ, ਕਾਲਜ 'ਚ ਆਉਣ। ਹੁਣ ਮੈਂ ਤੁਹਾਡੇ ਕੋਲ ਆਉਂਦੇ ਇੱਕ ਟਰਾਂਸਜੈਂਡਰ ਬੱਚਾ ਮਿਲਿਆ ਮੈਨੂੰ, ਐਂਡ ਮੈਂ ਬਹੁਤ ਖੁਸ਼ ਹੋਈ ਜਦੋਂ ਉਹਨੇ ਕਿਹਾ ਕਿ ਮੈਂ LLM ਕਰ ਰਹੀ ਹਾਂ ਤੇ ਲਾਅ 'ਚ। ਸੋ ਕਹਿੰਦੇ ਤੁਸੀਂ ਮੇਰੇ ਬਹੁਤ ਪ੍ਰੇਰਣਾ ਸਰੋਤ ਹੋ, ਕਹਿੰਦੇ ਮੈਂ ਇੱਥੇ ਐਡਮਿਸ਼ਨ ਲਿੱਤੀ ਤੁਹਾਡੇ ਕਰਕੇ ਲਿੱਤੀ। ਇੱਥੇ ਬਹੁਤ ਸਾਰੇ ਟਰਾਂਸ ਬੱਚੇ ਪੜ੍ਹ ਰਹੇ ਜਿਹੜੇ ਆਪਣੀ ਆਇਡੈਂਟੀਟੀ ਨੂੰ ਛੁਪਾ ਕੇ ਪੜ੍ਹ ਰਹੇ ਹਨ, ਬਟ ਉਹ ਪੜ੍ਹਨਾ ਚਾਹੁੰਦੇ ਹਨ। ਸੋ ਚਾਹੇ ਉਹ ਪੈਂਟ ਸ਼ਰਟ, ਮੈਨੂੰ ਕੋਈ ਫਰਕ ਨਹੀਂ ਪਿਆ, ਜ਼ਰੂਰੀ ਨਹੀਂ ਕਿ ਉਹ ਸਾੜੀ ਪਾਉਣ, ਮੈਨੂੰ ਇਹ ਹੈ ਬਸ ਉਹ ਪੜ੍ਹ ਲਿਖ ਜਾਣ, ਚਾਹੇ ਉਹ ਪੈਂਟ ਸ਼ਰਟ 'ਚ ਹੀ ਹੋਣ। ਲੇਕਿਨ ਮੈਨੂੰ ਉਸ ਤੋਂ ਜ਼ਿਆਦਾ ਖੁਸ਼ੀ ਹੋਗੀ ਜਿਸ ਤਰ੍ਹਾਂ ਉਹਨੇ ਕਿਹਾ ਕਿ ਉਹ ਕਹਿੰਦੇ ਮੈਨੂੰ ਸਾੜੀ ਪਾਉਣ ਦਾ ਬਹੁਤ ਹੈ ਕਿ ਮੈਂ ਸਾੜੀ ਪਾ ਕੇ ਨਿਕਲਾਂ, ਪਰ ਮੈਂ ਜੁਡੀਸ਼ਰੀ ਦੀ ਤਿਆਰੀ ਕਰਨੀ ਹੈ, ਇਹ ਹੈ ਉਹ ਕਰੀਅਰ ਦਾ ਸਵਾਲ ਹੈ, ਜੇ ਮੈਂ ਸਾੜੀ ਪਾ ਲਈ ਤਾਂ ਮੈਨੂੰ ਘਰੋਂ ਕੱਢ ਦੇਣਗੇ। ਇਹ ਸਾਰੀ ਚੀਜ਼ਾਂ ਮੈਨੂੰ ਵੀ ਸਮਝ ਆਉਂਦੀ ਹੈ, ਮੈਂ ਆਪਣੇ ਸਟਰਗਲ ਦੇਖਦੀ ਹਾਂ ਕਿ ਮੈਨੂੰ ਕਿੰਨਾ ਸਟਰਗਲ ਕਰਨਾ ਪਿਆ। ਜੇ ਇਹਨੇ ਸਾੜੀ ਪਾ ਲਈ, ਪੈਂਟ ਸ਼ਰਟ ਪਾਉਣਾ ਕੁੜੀ ਵਾਸਤੇ ਆਸਾਨ ਹੈ, ਲੇਕਿਨ ਇੱਕ ਮੁੰਡੇ ਵਾਸਤੇ ਜਾਂ ਜੋ ਮੁੰਡੇ ਦੇ ਸਰੀਰ ਪੈਦਾ ਹੋਇਆ ਆਪਣੇ ਆਪ ਨੂੰ ਕੁੜੀ, ਕਿਉਂਕਿ ਤੁਹਾਡਾ ਮਾਈਂਡ ਉਹਦੀ ਇਜਾਜ਼ਤ ਨਹੀਂ ਦੇ ਰਿਹਾ। ਸੋ ਕਿਉਂਕਿ ਅਸੀਂ ਪੈਂਟ ਸ਼ਰਟ ਜੇ ਕੱਪੜਿਆਂ ਦਾ ਵੀ ਬ੍ਰਾਂਡਡ ਹੈ, ਕੱਪੜੇ ਵੀ ਸੁਪੀਰੀਅਰ ਮੰਨੇ ਜਾਂਦੇ, ਕਿਉਂਕਿ ਪੈਂਟ ਸ਼ਰਟ ਨੂੰ ਸੁਪੀਰੀਅਰ ਮੰਨਿਆ ਜਾਂਦਾ, ਆਦਮੀ ਨੂੰ ਸੁਪੀਰੀਅਰ ਮੰਨਿਆ ਜਾਂਦਾ ਨਾ, ਔਰ ਔਰਤ ਨੂੰ ਇਨਫੀਰੀਅਰ ਮੰਨਿਆ ਜਾਂਦਾ, ਉਹਦੇ ਕੱਪੜੇ ਵੀ ਇਨਫੀਰੀਅਰ ਹੈ, ਠੀਕ ਹੈ ਨਾ। ਕਿਉਂਕਿ ਅਗਰ ਸੁਪੀਰੀਅਰ ਹੁੰਦੇ ਜਾਂ ਇਨਫੀਰੀਅਰ ਹੁੰਦੇ, ਉਹ ਕੱਪੜੇ ਕਿਸੇ ਮਰਦ ਦੇ ਸਰੀਰ 'ਚ ਸ਼ੋਭਿਤ ਹੁੰਦੇ ਤਾਂ ਉਹਨੂੰ ਕਿਉਂ ਇਨਫੀਰੀਅਰ ਮੰਨਦਾ? ਬਿਲਕੁਲ, ਉਹ ਕੱਪੜੇ ਵੀ ਇਨਫੀਰੀਅਰ ਮੰਨਦੇ। ਸੋ ਇਹ ਚੀਜ਼ਾਂ ਬਹੁਤ ਸਟੀਰੀਓਟਾਈਪ ਸਮਾਜ ਵਿੱਚ ਹੈ ਕਿ ਲੋਕ ਬਹੁਤ ਪਿਛਲੀ ਸੋਚ ਹੈ, ਪਿਛੜੀ ਹੋਈ। ਜਦੋਂ ਅਸੀਂ ਬਾਹਰ ਜਾਂਦੇ ਫੋਰਨ ਕੰਟਰੀ ਤਾਂ ਕਾਫੀ ਸਾਰੀ ਉੱਥੇ ਦੇਖਦੇ ਕਿ ਕੋਈ ਕਿਸੇ ਨਾਲ ਕੋਈ ਡਿਸਕ੍ਰਿਮੀਨੇਸ਼ਨ ਨਹੀਂ ਹੋ ਰਿਹਾ, ਕੋਈ ਭੇਦਭਾਵ ਨਹੀਂ, ਬਟ ਇੰਡੀਆ 'ਚ ਆ ਕੇ ਬਹੁਤ ਸਾਰੀ ਪੂਅਰ ਮੈਂਟੈਲਿਟੀ ਹੈ, ਲੋਕਾਂ ਦੀ ਸੋਚ ਵੀ ਇੱਦਾਂ ਹੈ ਕਿ ਲੋਕ ਸੋਚਦੇ ਇੱਦਾਂ ਹੈ। ਤੁਸੀਂ ਫੈਮਿਲੀ ਨੇ ਤੁਹਾਨੂੰ ਅਡਾਪਟ ਕੀਤਾ, ਕਾਫੀ ਚਰਚਾ ਇਸ ਤੁਹਾਡਾ ਸੰਪਰਕ ਕਿਵੇਂ ਹੋਇਆ ਸੀ? ਤੁਹਾਨੂੰ ਜਾਂ ਉਸ ਪਰਿਵਾਰ ਨੂੰ ਇਹ ਕਿਵੇਂ ਪਤਾ ਲੱਗਾ ਸੀ ਕਿ ਤੁਹਾਨੂੰ ਅਡਾਪਟ ਕਰਨਾ ਚਾਹੀਦਾ? ਕਿਉਂਕਿ ਸਾਡੇ ਸਮਾਜ ਦੀਆਂ ਗੱਲਾਂ ਅਸੀਂ ਬਹੁਤ ਕਰ ਲਈਆਂ, ਸਮਾਜ ਨਹੀਂ ਮਤਲਬ ਮਨਜ਼ੂਰੀ ਦੇ ਰਿਹਾ ਅੱਜ ਵੀ, ਪਰ ਉਸ ਫੈਮਿਲੀ ਦੇ ਨਾਲ ਸੰਪਰਕ ਕਿਵੇਂ ਹੋਇਆ ਸੀ ਸਰਦਾਰ ਜੀ ਹੋਰਾਂ ਦੇ ਨਾਲ, ਔਰ ਉਹਨਾਂ ਨੂੰ ਇਹ ਲੱਗਾ ਕਿ ਤੁਹਾਨੂੰ ਅਡਾਪਟ ਕਰ ਲੈਣਾ ਚਾਹੀਦਾ? ਉਹਨਾਂ ਦੀ ਬੇਟੀ ਡਾਕਟਰ ਸਮੀਰਾ ਕੋਸਰ, ਉਹ ਮੇਰੀ ਕਲਾਸ ਫੈਲੋ ਸੀਗੀ, ਮਤਲਬ ਬਹੁਤ ਪਹਿਲੇ 32-33 ਸਾਲ ਪਹਿਲੇ ਅਸੀਂ ਡਾਂਸ ਇਕੱਠੇ ਸਿੱਖਦੇ ਸੀ ਪ੍ਰਾਚੀਨ ਕਲਾ ਕੇਂਦਰ ਵਿੱਚ, ਕਥਕ ਸਿੱਖਦੇ ਸੀਗੇ, ਤੇ ਮੈਂ ਉਸ ਸਮੇਂ 16-17 ਸਾਲ ਦੀ ਸੀਗੀ ਜਦੋਂ ਮੈਂ ਡਾਂਸ ਸਿੱਖ ਰਹੀ ਸੀ। ਤਾਂ ਉਸ ਤੋਂ ਬਾਅਦ ਕੁਝ 2-3 ਸਾਲ 4 ਸਾਲ ਬਾਅਦ ਮੈਨੂੰ ਛੱਡਣਾ ਪਿਆ, ਕਿਉਂਕਿ ਮੇਰੇ ਨਾਲ ਕਾਫੀ ਸਾਰੀ ਪ੍ਰੋਬਲਮ ਸ਼ੁਰੂ, ਕਾਲਜ ਵਗੈਰਾ ਸਕੂਲ 'ਚ ਵੀ ਪ੍ਰੋਬਲਮ ਸ਼ੁਰੂ ਹੋ ਗਈ ਜੈਂਡਰ ਨੂੰ ਲੈ ਕੇ, ਤੇ ਬਹੁਤ ਭੇਦਭਾਵ ਸ਼ੁਰੂ ਹੋ ਗਿਆ, ਹੱਸੀ ਮਜ਼ਾਕ, ਘਰ ਵਾਲੇ ਵੀ ਬਹੁਤ ਜ਼ਿਆਦਾ ਦਿੱਕਤਾਂ ਕਰਨਾ ਸ਼ੁਰੂ ਕਰਤੀਆਂ, ਤੇ ਮੈਂ ਫਿਰ ਡਾਂਸ ਮੇਰਾ ਛੁੱਟ ਗਿਆ। ਤੇ ਸਮੀਰਾ ਦੀਦੀ ਕਰਦੀ ਰਹੀ ਆਪਣੇ ਪ੍ਰੈਕਟਿਸ, ਤੇ ਅੱਜ ਉਹ ਪੂਰੀ ਦੁਨੀਆ ਦੇ ਵਿੱਚ ਬਹੁਤ ਅੱਛਾ ਨਾਮ ਉਹਨਾਂ ਦਾ ਡਾਂਸ ਵਿੱਚ, ਕਥਕ। ਕੁਝ ਸਾਲ ਮਤਲਬ 1-1.5 ਸਾਲ ਪਹਿਲੇ ਮੈਂ ਸੰਗੀਤ ਨਾਟਕ ਅਕੈਡਮੀ ਦੀ ਮੈਂਬਰ ਬਣੀ, ਤੇ ਉਹ ਵੀ ਮੈਂਬਰ ਬਣੀ ਆ, ਸਰਕਾਰ ਨੇ ਉਹਨਾਂ ਨੂੰ ਮੈਂਬਰ ਮੈਨੂੰ ਵੀ। ਤੇ ਜਦੋਂ ਅਸੀਂ ਮੈਂਬਰ ਬਣ ਕੇ ਪਹਿਲੀ ਮੀਟਿੰਗ ਹੋਈ ਤੇ ਅਸੀਂ ਆਮਣੇ ਸਾਹਮਣੇ ਬੈਠੇ ਸੀਗੇ, ਤੇ ਜਦੋਂ ਮੈਂ ਉਹਨਾਂ ਨੂੰ ਦੇਖਿਆ ਮੈਨੂੰ ਇੱਕਦਮ ਪੁਰਾਣੀ ਗੱਲਾਂ ਯਾਦ ਆ ਗਈਆਂ। ਤੇ ਮੀਟਿੰਗ ਵਿੱਚ ਸਾਰੀ ਮੀਟਿੰਗ ਗੱਲਾਂ ਚੱਲਦੀਆਂ, ਮੈਂ ਪਹਿਚਾਣ ਕਰ ਲਈ, ਮੈਂ ਉਹ ਸਾਰੀ ਗੱਲਾਂ ਮੈਂ ਮੀਟਿੰਗ ਅਟੈਂਡ ਨਹੀਂ ਕੀਤੀ, ਮਤਲਬ ਮੈਂਟਲੀ ਪਿੱਛੇ ਫਲੈਸ਼ਬੈਕ ਚਲੇ ਗਈ ਕਿ ਸਾਡੇ ਪੈਰਾਂ 'ਚ ਘੁੰਗਰੂ ਵੱਜਦੇ ਸੀ, ਇਕੱਠੇ ਕਰ ਦਿੰਦੇ ਸੀ, ਅੱਜ ਮੈਂ ਵੀ ਸਿੱਖਦੀ ਤਾਂ ਅੱਜ ਮੈਂ ਵੀ ਇਹਨਾਂ ਦੇ ਬਰਾਬਰ ਡਾਂਸ ਕਰ ਰਹੀ ਹੁੰਦੀ, ਪੂਰੀ ਦੁਨੀਆ 'ਚ ਜਾ ਰਹੀ ਹੁੰਦੀ। ਲੇਕਿਨ ਸਮਹਾਓ ਮੈਂ ਜਦੋਂ ਮੀਟਿੰਗ ਖਤਮ ਹੋਈ ਤੇ
मेरी चाह भी ठंडी हो गई सी। किसी ने पूछा तुझे चाह नहीं पीती, तो मैं अपने फ्लैशबैक से चले गए पूरे, चाह कुछ भी। फिर किसी ने पूछा तुझ परेशान हो कुछ, मैं कहा नहीं कोई परेशानी नहीं। तो मैं समीरा दीदी ने फिर जो मीटिंग खत्म उन्हें मिली तो मैं क्या उन्होंने सारी गल्लां दसियां तो बड़ी खुश हुई। अच्छा उन्होंने फ़ोन नंबर लिता, साडी डेली गल होना शुरू हो गई, असीं गल्लां करदे सीगे काफ़ी देर तक। तो हौली हौली सानू दीदी कहते मैनू धनंजय बिन तेरे नाल इश्क हो गया है ना, हाँ लगाव हो गया। सो मैनू बड़ा अच्छा लगा। मैं कहा दीदी ये तो मेरी खुश नसीबी है कि इन्ने बड़े डांसर हैं। कहते नहीं असीं इकट्ठे तो सिखदे हुंदे सीगे ते मैं कंटिन्यू कर लिया, मैं वड्डी बन गई। इसदा मतलब ये नहीं कि मैं वड्डी हो गई। ते कहते तू मेरे तो सीख ले हुण शुरू कर। हाँ सो हुण जद मर्जी शुरू कर लो। कहते मैं कोई फीस फूस नहीं, तू चिंता ना कर, तू मेरी छोटी भैन। फिर मैं मेरे नाल एक स्टूडेंट होर, 2 स्टूडेंट होर है ट्रांसजेंडर, वो भी सीखते सी नाल नाल। अच्छा प्रीत सीगी, एक बन्नी सीगे, ਅਸੀਂ 3 ट्रांसजेंडर डांस सीखते ਹੁੰਦੇ ਸੀ। सो डांस सीखते हौली हौली फिर काफ़ी क्लोज आ गए ਆਪਾਂ। तो एक दिन उन्होंने पता लगा कि मैं स्लम एरिया 'ਚ रह रही ਹਾਂ। तो स्लम एरिया 'ਚ रहन दे करके वो काफ़ी परेशान हुई। फिर दोबारा फिर जब उन्होंने गल की कहते कितने फ़ोन किया, मैं कहा मैंने बधाई 'ਚ है। कहते बधाई 'ਚ है, कहते तू नच रही उत्थे। तो थोड़ी 1-2 सेकंड वास्ते उन्होंने आवाज़ मतलब रुक गई, मतलब शौक हो गए। कहते तू ये काम छड्ड दे बिल्कुल नहीं। मैं कहा मेरी मजबूरी है, मेरे को पैसा नहीं गा, एक भी पैसा खाने वास्ते भी पैसा नहीं गा। तो कहते तू फटाफट मेरे को आ सवेरे। तो उन्होंने डैडी नाल रात में गल की होनी, तो दूसरे दिन मीटिंग हुई डैडी नाल। तो मैं डैडी नूं कहा कि डैडी मम्मी नूं कि मेरे नाल तो एक ट्रांस मैन हो रहिंदा ट्रांसजेंडर, मैं उन्होंने छड्ड नहीं सकती, असी कमिटेड है। सो कहते पार्टनर, हाँ मेरा पार्टनर। सो कहते कोई ना उन्होंने भी रख लेंगे। फिर असी दोबारा मीटिंग की, दोहां नूं अपनाउण दी इजाजत दे दी, मंजूरी मिली। यस फिर असी कहते कोई ना तुसीं दोनों मेरे बच्चे हो। दोनों असी इकट्ठे गए, दोबारा मीटिंग गई। फिर घर भी उन्होंने साफ सुफ करवाया सारा, जिथे रूम सानू दे 2 रूम असी इकट्ठे हुण नाल रह रहे, खाना पीना किचन सब इकट्ठे ही। एंड बहुत खुशी होंदी है कि इदां दे लोग भी है दुनिया 'ਚ जिहड़े जेंडर कहते सानू कोई मैटर नहीं करता, तुसीं जो मर्जी हो, सानू की फर्क पैंदा, इंसान हो ना। सो मैटर नहीं करता किसी नूं किसी दे जेंडर नाल कोई फर्क नहीं। ये मतलब ਜਿਹੜੀ ਸ਼ਾਨਦਾਰ ਮਾਨਸਿਕਤਾ ਦੀਆਂ ਚੀਜ਼ਾਂ ਹੁੰਦੀਆਂ ਨੇ। ਇੰਟਰਵਿਊ ਇੱਕ ਪਾਸੇ, ਆਪਾਂ ਇੰਟਰਵਿਊ ਨਹੀਂ ਮਤਲਬ ਮੈਨੂੰ ਖੁਦ ਨੂੰ ਮੈਂ ਸ਼ੁਰੂ 'ਚ ਵੀ ਕਿਹਾ ਸੀ ਉਤਸੁਕਤਾ ਹੁੰਦੀ ਹੈ ਨਾ ਕੁਝ ਚੀਜ਼ਾਂ ਸਮਝਣ ਦੀ, ਕੁਝ ਜਾਣਨ ਦੀ, ਕਿਉਂਕਿ ਆਪਾਂ ਦੇਖਦੇ ਹਾਂ ਇਸ ਸਮਾਜ ਦੇ ਵਿੱਚ ਜੋ ਕੁਝ ਹੁੰਦਾ ਹੈ। ਅਸੀਂ ਗਲੀਆਂ ਮੁਹੱਲਿਆਂ 'ਚੋਂ ਗੁਜ਼ਰਦੇ ਹਾਂ, ਉੱਥੇ ਮਤਲਬ ਜਦੋਂ ਆਪਾਂ ਦੇਖਦੇ ਹਾਂ ਤਾਂ ਲੋਕਾਂ ਦਾ ਨਜ਼ਰੀਆ ਕੁਝ ਹੋਰ ਹੁੰਦਾ ਹੈ। ਬਿਲਕੁਲ। ਪਰ ਜੋ ਮੈਂ ਤੁਹਾਨੂੰ ਆਫ ਕੈਮਰਾ ਜਦੋਂ ਆਪਾਂ ਮਿਲੇ ਵੀ ਸੀ, ਤੁਹਾਨੂੰ ਕੁਝ ਬੱਚੇ ਆ ਕੇ ਵੀ ਮਿਲੇ ਨੇ ਹੈ ਨਾ, ਤਾਂ ਮਤਲਬ ਮੈਨੂੰ ਖੁਦ ਨੂੰ ਇਹ ਮਹਿਸੂਸ ਹੋਇਆ ਕਿ ਨਹੀਂ ਇਹ ਦੁਨੀਆ ਉਸ ਕੰਮ ਵਾਸਤੇ ਨਹੀਂ ਬਣੀ, ਤੁਹਾਡੀ ਦੁਨੀਆ ਉਸ ਚੀਜ਼ ਵਾਸਤੇ ਨਹੀਂ ਹੈਗੀ। ਘੱਟੋ ਘੱਟ ਰਿਸਪੈਕਟ ਹੈ, ਪਰ ਉਹ ਰੁਤਬਾ ਹਾਸਲ ਕਰਨ ਦੇ ਲਈ ਯਾਨੀ ਬਹੁਤ ਸਾਰੀ ਸਟਰਗਲ ਚੋਂ ਲੰਘਣਾ ਪਏਗਾ। ਮੈਂ ਇੱਕ ਗੱਲ ਉਹਦੇ ਵਿੱਚ ਐਡ ਕਰੂੰਗੀ ਕਿ ਅਸੀਂ ਕਦੇ ਵੀ ਮਤਲਬ 150 ਸਾਲ ਪਹਿਲੇ ਅਸੀਂ ਭਿਖਾਰੀ ਨਹੀਂ ਸੀਗੇ। ਉਸ ਤੋਂ ਪਹਿਲੇ ਸਾਡੇ ਰੁਤਬਾ ਜਿਹੜਾ ਸੀਗਾ ਬਹੁਤ ਵੱਡਾ ਸੀਗਾ। ਅਸੀਂ ਵੇਦ ਦੁਨੀਆ ਦੀ ਪਹਿਲੀ ਕਿਤਾਬ ਹੈ ਰਿਗਵੇਦ, ਉਹਦੇ ਵਿੱਚ ਲਿਖਿਆ ਵਿਕ੍ਰਤਿਮ ਏਵਮ ਪ੍ਰਕਿਰਤਿਮ, ਵਟ ਸੀਮਸ ਅਨਨੈਚੁਰਲ ਇਜ਼ ਆਲਸੋ ਨੈਚੁਰਲ। ਜੋ ਸਾਨੂੰ ਅਪ੍ਰਕਿਰਤਿਕ ਦਿਖਾਈ ਦਿੰਦਾ ਹੈ ਉਹ ਵੀ ਪ੍ਰਕਿਰਤੀ ਦਾ ਹਿੱਸਾ ਹੈ। ਤਾਂ ਉਹਦੇ ਵਿੱਚ ਲਿਖਿਆ ਤ੍ਰਿਤੀय ਪ੍ਰਕਿਰਤੀ ਹੁੰਦੀ ਹੈ, ਮਰਦ ਔਰਤ ਦੇ ਇਲਾਵਾ। ਤੁਹਾਨੂੰ ਲੱਗਦਾ ਇਹ ਮਰਦ ਹੈ ਨਾ ਜਾਂ ਔਰਤ ਹੈ, ਨਹੀਂ, ਕਹਿੰਦੇ ਉਹਨਾਂ ਦੇ ਅੰਦਰ ਤੀਸਰੀ ਪ੍ਰਕਿਰਤੀ ਹੁੰਦੀ ਹੈ। ਔਰ ਤੀਸਰੀ ਪ੍ਰਕਿਰਤੀ ਕਰਕੇ ਹੀ ਭਗਵਾਨ ਵਿਸ਼ਨੂੰ ਕਹਿੰਦੇ ਸਨਾਤਨ ਪਰੰਪਰਾ 'ਚ ਕਿ ਉਹਨਾਂ ਨੇ 24 ਦੇ 24 ਅਵਤਾਰ ਜਿਹੜੇ ਟ੍ਰਾਂਜੀਸ਼ਨ ਵਾਲੇ ਲਿੱਤੇ। ਅੱਧਾ ਸਰੀਰ ਕਿਸੇ ਹੋਰ ਦਾ ਸੀ, ਅੱਧਾ ਕਿਸੇ ਹੋਰ ਦਾ। ਸੋ ਜਿਸ ਤਰ੍ਹਾਂ ਅਸੀਂ ਹਾਂ, ਅੱਧਾ ਸਰੀਰ ਮਰਦ ਦਾ, ਅੱਧਾ ਸਰੀਰ ਔਰਤ ਦਾ। और इसकी बड़ी इंपॉर्टेंस रही। जिस तरह से दिन होता है, रात होती है, तो संध्या भी होती है, सायं काल भी होता है। और संधि काल ਜਿਹੜਾ ਹੁੰਦਾ ਉਹ दिन और रात ਦਾ ਕੰਬੀਨੇਸ਼ਨ ਹੁੰਦਾ ਹੈ। ਤੇ ਅਸੀਂ ਸੰਧੀ ਹਾਂ, ਮਤਲਬ ਸਾयं। ਔਰ ਸੰਧੀ ਜਿਹੜੇ ਕਾਲ ਹੁੰਦਾ ਸ਼ਾਮ ਬੜੀ ਸੁੰਦਰ ਹੁੰਦੀ ਹੈ, ਬੜੀ ਸੋਹਣੀ ਹੁੰਦੀ। ਸੋ ਇਹਦਾ ਇਤਿਹਾਸ ਬੜਾ ਰਿਹਾ। ਅਸੀਂ ਦੇਵਦਾਸੀ ਪ੍ਰਥਾ ਦੇ ਸੰਚਾਲਕ ਸੀਗੇ, ਅਸੀਂ ਭਗਤੀ ਅੰਦੋਲਨ ਸ਼ੁਰੂ ਕਰਨ ਵਾਲੇ ਸੀਗੇ, ਅਸੀਂ ਸੂਫੀਜ਼ਮ ਸ਼ੁਰੂ ਕੀਤੀ। ਅਸੀਂ ਜਿਹੜੇ ਮੁਗਲ ਦਰਬਾਰਾਂ ਦੇ ਹਰਮ ਸੀਗੇ ਰਾਣੀਆਂ ਦੇ, ਉਹਨਾਂ ਦੇ ਹਰਮ ਦੀ ਰਖਵਾਲੀ ਕਰਨ ਵਾਸਤੇ ਕਿੰਨਰ ਲੋਕਾਂ ਨੂੰ ਰੱਖਿਆ ਜਾਂਦਾ ਸੀਗਾ। ਸੋ 1857 'ਚ ਜਦੋਂ ਅੰਗਰੇਜ਼ਾਂ ਨੇ ਇੰਡੀਆ 'ਚ ਪੂਰਾ ਕਬਜ਼ਾ ਕਰ ਲਿਆ, ਮੁਗਲ ਸਲਤਨਤ ਖਤਮ ਹੋ ਗਈ, ਬਹਾਦਰ ਸ਼ਾਹ ਜ਼ਫਰ ਨੂੰ
ਰੰਗੂਨ ਭੇਜ ਦਿੱਤਾ ਗਿਆ। 1871 ਵਿੱਚ ਇੱਕ ਲਾਅ ਬਣਿਆ ਐਂਟੀ ਟ੍ਰਾਈਬਲ ਐਕਟ। ਉਹਦੇ ਵਿੱਚ ਸਾਨੂੰ ਕਿੰਨਰ ਨੂੰ ਵੀ ਕ੍ਰਿਮੀਨਲ ਘੋਸ਼ਿਤ ਕੀਤਾ ਹੈ, ਅਪਰਾਧੀ ਸ਼੍ਰੇਣੀ ਵਿੱਚ ਪਾ ਦਿੱਤਾ। ਤੇ ਸਾਨੂੰ ਫੜ ਕੇ ਕਹਿੰਦੇ ਇਹ ਤਾਂ ਆਦਮੀ ਹੁੰਦੇ, ਇਹਨਾਂ ਨੂੰ ਫੜ ਕੇ ਉਸ ਸਮੇਂ ਨੰਗਾ ਕੀਤਾ, ਹਾਂ ਮਾਰਿਆ ਗਿਆ, ਫਾਂਸੀ ਲਟਕਾਇਆ ਗਿਆ। ਕਿਉਂਕਿ ਇੱਕ ਗੱਲ ਹੋਰ ਸੀ, ਇਤਿਹਾਸਕਾਰ ਜਦੋਂ ਵੀ ਹਿਸਟਰੀ ਦੇ ਇੱਥੇ ਸਿੰਪੋਜ਼ੀਅਮ ਹੁੰਦੇ ਜਾਂ ਸੈਮੀਨਾਰ ਵਰਕਸ਼ਾਪ ਹੁੰਦੇ ਮੈਨੂੰ ਬੁਲਾਉਂਦੇ ਆ, ਮੈਂ ਉਹਨੂੰ ਹਮੇਸ਼ਾ ਇਹ ਕਹਿੰਦੀ ਕਿ ਇਤਿਹਾਸਕਾਰਾਂ ਨੇ ਹਮੇਸ਼ਾ ਮਰਦ ਔਰਤ ਵਾਸਤੇ ਲਿਖਿਆ, ਟਰਾਂਸਜੈਂਡਰ ਦੇ ਬਾਰੇ ਕਦੀ ਨਹੀਂ ਲਿਖਿਆ। ਤੁਸੀਂ ਇਹ ਸੋਚਦੇ ਹੋ ਕਿ ਸਿਰਫ ਆਜ਼ਾਦੀ ਦੀ ਪਹਿਲੇ ਸੁਤੰਤਰਤਾ ਸੰਗਰਾਮ 1857 'ਚ ਸਿਰਫ ਮਰਦ ਔਰਤ ਨੇ ਲੜਿਆ? ਨਹੀਂ, ਮੈਂ ਕਿਹਾ ਉਹਦੇ ਵਿੱਚ ਟਰਾਂਸਜੈਂਡਰ ਵੀ ਸੀਗੇ, ਤਾਂ ਹੀ ਤਾਂ ਹੁਣ ਸਾਨੂੰ ਅਪਰਾਧੀ ਘੋਸ਼ਿਤ ਕੀਤਾ ਗਿਆ 1871 ਵਿੱਚ, ਤੇ ਸਾਨੂੰ ਫਾਂਸੀਆਂ ਚੜਾਇਆ ਗਿਆ। ਉਸ ਦੇ ਬਾਰੇ ਕਿਸੇ ਨੇ ਨਹੀਂ ਲਿਖਿਆ। ਫਿਰ 1951 'ਚ ਡੀਨੋਟੀਫਾਈਡ ਹੋਇਆ ਸਾਰੇ ਟਰਾਈਬਲ ਐਕਟ ਵਿੱਚ, ਐਂਡ ਉਸ ਐਕਟ ਵਿੱਚ ਟਰਾਂਸਜੈਂਡਰ ਕਮਿਊਨਿਟੀ ਨੂੰ ਕ੍ਰਿਮੀਨਲ ਵਿੱਚੋਂ ਕੱਢਿਆ ਗਿਆ, ਲੇਕਿਨ ਅਧਿਕਾਰ ਨਹੀਂ ਦਿੱਤੇ, ਨਾ ਰਿਕੋਗਨਾਈਜ਼ ਕੀਤਾ ਗਿਆ 1951 'ਚ। ਫਿਰ ਅਸੀਂ ਲੜਦੇ ਰਹੇ, ਜਿਹੜੇ ਪੜ੍ਹੇ ਲਿਖੇ ਸੀਗੇ, ਕਿਉਂਕਿ ਵਿੱਚ ਦਾ 20-25-30 ਸਾਲ ਦਾ ਇਹ ਜਿਹੜਾ ਫਾਸਲਾ ਹੈ, ਉਹਦੇ ਵਿੱਚ ਇੰਨੇ ਪੜ੍ਹੇ ਲਿਖੇ ਲੋਕ ਨਹੀਂ ਸੀਗੇ। ਲੇਕਿਨ 80s ਵਿੱਚ ਆ ਕੇ, 80 ਦੇ ਦਸ਼ਕ ਵਿੱਚ ਲੋਕ ਥੋੜ੍ਹੇ ਪੜ੍ਹਨ ਲੱਗੇ। 90s ਵਿੱਚ ਆ ਕੇ ਫਿਰ ਹੋਰ ਜ਼ਿਆਦਾ ਅੱਗੇ ਵਧੇ ਲੋਕ, ਐਂਡ 2002 ਦੇ ਵਿੱਚ ਮੈਂ ਵੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਟਰਾਂਸਜੈਂਡਰ ਕਮਿਊਨਿਟੀ ਲੈ ਕੇ। ਫਿਰ ਤਦ ਤੱਕ ਮੈਂ ਵੀ ਅੱਛੀ ਪੜ੍ਹ ਲਿਖ ਗਈ ਸੀ, ਸੈਲਫ ਸਟੱਡੀ ਵੀ ਹੋ ਗਈ ਸੀ, ਪੜ੍ਹਾਈ ਵੀ, ਗ੍ਰੈਜੂਏਟ ਵੀ ਸੀਗੀ। ਤੇ 2014 ਵਿੱਚ ਜਾ ਕੇ ਫਿਰ ਜਦੋਂ ਅਸੀਂ ਸੁਪਰੀਮ ਕੋਰਟ 'ਚ ਜਦੋਂ ਗਏ ਤਾਂ 15 ਅਪ੍ਰੈਲ 2014 ਵਿੱਚ ਸੁਪਰੀਮ ਕੋਰਟ ਨੇ ਸਾਨੂੰ ਥਰਡ ਜੈਂਡਰ ਰਿਕੋਗਨਾਈਜ਼ ਕੀਤਾ। ਇਹ ਬਹੁਤ ਵੱਡੀ ਜੀਤ ਸੀਗੀ। ਇਹਦੇ ਕਰਕੇ ਹੀ ਫਿਰ ਸੁਪਰੀਮ ਕੋਰਟ ਦੇ ਜਿਹੜੇ ਜਜਮੈਂਟ ਸੀਗੇ, ਉਹਦੇ ਬੇਸ 'ਤੇ ਹੀ ਅਸੀਂ ਫਿਰ ਹੋਰ ਅੱਗੇ ਵਧੇ ਅਤੇ ਪਾਰਲੀਮੈਂਟ 'ਚ ਚਲੇ ਗਏ। ਮਤਲਬ ਪਾਰਲੀਮੈਂਟ ਦੇ ਜਿਹੜੇ ਸਾਂਸਦ ਸੀ ਉਹਨਾਂ ਨੂੰ ਮਿਲੇ ਐਂਡ ਬਿੱਲ ਪਾਸ ਕਰਨ ਨੂੰ ਕਿਹਾ। ਫਿਰ 2019 'ਚ ਟਰਾਂਸਜੈਂਡਰ ਪਰਸਨ ਪ੍ਰੋਟੈਕਸ਼ਨ ਐਕਟ ਬਿੱਲ ਪਾਸ ਹੋਇਆ ਲੋਕ ਸਭਾ ਵਿੱਚ ਅਤੇ ਰਾਜ ਸਭਾ ਵਿੱਚ। ਫਿਰ 2020 ਵਿੱਚ ਐਕਟ ਬਣਿਆ ਔਰ ਰੂਲਸ ਬਣੇ, ਕਾਫੀ ਸਾਰੀ ਚੀਜ਼ਾਂ ਹੋਈਆਂ ਐਂਡ ਹੌਲੀ ਹੌਲੀ ਜਿਹੜੀ ਚੀਜ਼ਾਂ ਬਦਲ ਵੀ ਰਹੀਆਂ। ਬਟ ਮੈਨੂੰ ਲੱਗਦਾ ਕਿ ਵੀ ਆਰ ਇਨ ਲਾਜ਼ ਬਟ ਵੀ ਆਰ ਨਾਟ ਇਨ ਹਾਰਟ। ਸਾਨੂੰ ਕਾਨੂੰਨ ਦੀ ਕਿਤਾਬਾਂ ਸਾਰੇ ਲੋਕ ਹੈ, ਸਾਰੇ ਲੋਕ ਹੀ ਹੈ, ਲੋਕਾਂ ਦੇ ਦਿਲਾਂ 'ਚ ਜਾਣਾ ਕਿਉਂਕਿ ਕਾਨੂੰਨ ਦੀ ਕਿਤਾਬਾਂ 'ਚ ਇੱਥੇ ਕਾਨੂੰਨ ਦੀ ਕਿਤਾਬਾਂ ਨੂੰ ਕੌਣ ਮੰਨਦਾ ਹੈ? ਕੋਈ ਨਹੀਂ ਮੰਨਦਾ, ਠੀਕ ਹੈ ਨਾ। ਜਦੋਂ ਕੋਰਟ 'ਚ ਜਾਂਦੇ ਫਿਰ ਡਰਦੇ ਆ, ਜਦੋਂ ਕੇਸ ਹੁੰਦੇ ਆ ਫਿਰ ਸਾਨੂੰ ਯਾਦ ਆਉਂਦੀ IPC ਕਿਹੜੀ ਆ, ਕਿਹੜੀ ਫਿਰ। ਲੇਕਿਨ ਆਮ ਜਿਹੜੇ ਲੋਕ ਹੈ ਨਾ ਤਾਂ ਕੋਈ ਲੋਕ ਫੋਲੋ ਕਰਦੇ, ਕਿਸੇ ਨੂੰ ਕੋਈ ਚੀਜ਼ ਫੋਲੋ ਨਹੀਂ ਕਰਦੇ। ਸੋ ਇਹ ਚੀਜ਼ਾਂ ਕਿ ਮੈਨੂੰ ਲੱਗਦਾ ਬਹੁਤ ਟਾਈਮ ਲੱਗੇਗਾ। ਐਂਡ ਟਰਾਂਸਜੈਂਡਰ ਕਮਿਊਨਿਟੀ ਨੂੰ ਮੈਂ ਇਹ ਖਾਸ ਕਰ ਕਹੂੰਗੀ ਕਿ ਉਹ ਅੱਗੇ ਆਉਣ। ਦੁਨੀਆ ਅੱਗੇ ਆਏ ਨਾ ਆਏ, ਤੁਸੀਂ ਅੱਗੇ ਆਓ ਅਤੇ ਆਪਣੇ ਅਧਿਕਾਰਾਂ ਵਾਸਤੇ ਲੜੋ। ਜਦ ਤੱਕ ਅਸੀਂ ਮਾਂ ਵੀ ਬੱਚੇ ਨੂੰ ਦੁੱਧ ਤਾਂ ਹੀ ਪਿਲਾਉਂਦੀ ਜਦੋਂ ਬੱਚਾ ਰੋਂਦਾ ਹੈ। ਸੋ ਮੈਂ ਕਿਉਂਕਿ ਅਸੀਂ ਵੀ ਸਾਨੂੰ ਕਿਸੇ ਨੇ ਅਧਿਕਾਰ ਥੋੜ੍ਹੀ ਫੜਾਤੇ, ਮੈਨੂੰ ਕਿਸੇ ਨੇ ਐਡਮਿਸ਼ਨ ਲੈ ਕੇ ਥੋੜ੍ਹੀ ਦੇ ਦਿੱਤੀ ਇੱਥੇ। ਮੈਂ ਖੁਦ ਇੱਥੇ ਸਟਰਗਲ ਕੀਤੀ ਆ, ਟੋਇਲਟ ਦਾ ਚਾਹੇ ਫੀਸ ਮਾਫੀ ਦਾ। ਟਰਾਂਸਜੈਂਡਰ ਵੈਲਫੇਅਰ ਬੋਰਡ ਬਣਵਾਇਆ ਚੰਡੀਗੜ੍ਹ ਦਾ, ਪੰਜਾਬ 'ਚ ਵੈਲਫੇਅਰ ਬੋਰਡ ਨਹੀਂ ਹੈ ਟਰਾਂਸਜੈਂਡਰ, ਔਰ ਹਰਿਆਣਾ 'ਚ ਵੀ ਨਹੀਂ, ਹਿਮਾਚਲ 'ਚ ਵੀ ਨਹੀਂ, ਜੰਮੂ ਕਸ਼ਮੀਰ 'ਚ ਨਹੀਂ। ਲੇਕਿਨ ਚੰਡੀਗੜ੍ਹ 'ਚ ਮੈਂ ਸੰਘਰਸ਼ ਕਰਕੇ ਬਣਵਾਇਆ ਤਾਂ ਕਿ ਸਰਕਾਰ ਵੀ ਉਹਦੇ ਵਿੱਚ ਕੰਮ ਕਰੇ। DC ਉਹਦੇ ਚੇਅਰਪਰਸਨ ਹੈਗੇ ਔਰ ਉਹਦੇ ਵਿੱਚ ਮੈਂ ਵੀ ਮੈਂਬਰ ਹੈਗੀ। ਤਾਂ ਇਹ ਸਾਰੀ ਚੀਜ਼ਾਂ ਮੈਂ ਸਟਰਗਲ ਕਰਕੇ ਕਰਵਾਈਆਂ। ਐਂਡ ਹਿਸਟਰੀ ਵਿੱਚ ਅਸੀਂ ਕਦੀ ਵੀ ਪਿੱਛੇ ਨਹੀਂ ਰਹੇ। ਅਸੀਂ ਰਾਜੇ ਸੀਗੇ, ਰਾਜੇ ਮਹਾਰਾਜੇ ਵੀ ਰਹੇ। ਅਲਾਉਦੀਨ ਖਿਲਜੀ ਦਾ ਤੁਸੀਂ ਪੜ੍ਹਦੇ ਹੋ ਕਿ ਅਲਾਉਦੀਨ ਖਿਲਜੀ ਦਾ ਜਿਹੜਾ ਸਿਪਾਹ ਸਲਾਰ ਸੀ, ਸੈਨਾਪਤੀ ਸੀ, ਮਲਿਕ ਕਾਫੂਰ, ਉਹ ਹਿਜੜਾ ਸੀਗਾ। ਫਿਰ ਬਾਬਰ ਦਾ ਜਿੰਨਾ ਪਿਆਰ ਸੀਗਾ, ਬਾਬਰ ਦਾ ਨਾਮ ਬਾਬਰ ਇਸ ਕਰਕੇ ਪਿਆ ਕਿਉਂਕਿ ਉਹਦਾ ਜਿਹੜਾ ਪਿਆਰ ਸੀਗਾ ਬਾਬਰੀ ਨਾਲ ਸੀਗਾ। ਉਹ ਟਰਾਂਸਜੈਂਡਰ ਸੀਗਾ। ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀ ਕਿੱਸੇ ਕਹਾਣੀਆਂ ਜਿਹਦੇ ਵਿੱਚ ਟਰਾਂਸਜੈਂਡਰ ਦਾ ਕਾਫੀ। ਅਤੇ ਮਲਿਕ ਕਾਫੂਰ ਹੀ ਦਕਸ਼ਿਣ ਫਤਿਹ ਕਰਕੇ ਕੋਹੀਨੂਰ ਹੀਰਾ ਲੈ ਕੇ ਆਇਆ ਸੀਗਾ, ਜੋ ਅੱਜ ਇੰਗਲੈਂਡ ਦੀ ਮਹਾਰਾਣੀ ਦੇ ਮੁਕਟ ਵਿੱਚ ਹੈਗਾ। ਸੋ ਬਹੁਤ ਸਾਰਾ ਵੱਡਾ ਇਤਿਹਾਸ ਰਿਹਾ। ਬਹੁਤ ਧੰਨਵਾਦ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਹੋਰ ਦਿਲ ਕਰਦਾ। ਗੱਲਬਾਤ ਕਾਫੀ ਲੰਬੀ ਹੋ ਗਈ, ਅਸੀਂ ਕੋਸ਼ਿਸ਼ ਕਰਾਂਗੇ ਕਿ ਇੱਕ ਹੋਰ ਐਪੀਸੋਡ ਤੁਹਾਡੇ ਨਾਲ ਕਰੀਏ। ਇਹ ਸਨ ਧਨੰਜੇ ਚੌਹਾਨ, ਜਿਨ੍ਹਾਂ ਨੂੰ ਧਨੰਜੇ ਜੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਧਨੰਜੇ ਹੋਰਾਂ ਨੇ ਬੜੀ ਸ਼ਾਨਦਾਰ ਗੱਲ ਕਹੀ ਹੈ ਕਿ ਜੇਕਰ ਸਾਡਾ ਸਮਾਜ ਸਾਨੂੰ ਅਡਾਪਟ ਨਹੀਂ ਕਰ ਰਿਹਾ ਤਾਂ ਉਸ ਤੋਂ ਪਹਿਲਾਂ ਸਾਡੇ ਪਰਿਵਾਰ ਨੂੰ ਅਡਾਪਟ ਕਰ ਲੈਣਾ ਚਾਹੀਦਾ ਸੀ। ਪਰ ਸਮਾਜ ਦਾ ਹਿੱਸਾ ਕੋਈ ਵੀ ਪਰਿਵਾਰ ਹੈ। ਪਰਿਵਾਰ ਜਦੋਂ ਆਪਣੇ ਬੱਚੇ ਨੂੰ ਇਸ ਹਾਲਤ ਦੇ ਵਿੱਚ ਦੇਖਦਾ ਤਾਂ ਬਹੁਤ ਸਾਰੀਆਂ ਉਦਾਹਰਨਾਂ ਸਾਡੇ ਸਮਾਜ ਦੇ ਵਿੱਚ ਭਰੀਆਂ ਪਈਆਂ ਹੈ ਕਿ ਬੱਚੇ ਨੂੰ ਸੈਪਰੇਟ ਹੋਣਾ ਪੈਂਦਾ ਹੈ ਹਾਲਾਤਾਂ ਦੇ ਮੁਤਾਬਿਕ, ਉਸ ਨੂੰ ਆਪਣੇ ਆਪ ਸਰਵਾਈਵ ਕਰਨਾ ਹੁੰਦਾ ਹੈ।
ਬਹੁਤ ਸਾਰੇ ਜਿਹੜੇ ਕਿੰਨਰ ਸਮਾਜ ਹੈ ਜਿਨ੍ਹਾਂ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਜ਼ਿਕਰ ਹੁੰਦਾ ਡੇਰੇ ਬਣੇ ਹੋਏ ਆ, ਉਹਨਾਂ ਤੇ ਜਾ ਕੇ ਉਹਨਾਂ ਨੂੰ ਸ਼ਰਨ ਲੈਣੀ ਪੈਂਦੀ ਆ। ਉਹ ਕਹਿੰਦੇ ਕਿ ਜੇਕਰ ਮੇਰੇ ਪਰਿਵਾਰ ਨੇ ਮੈਨੂੰ ਅਡਾਪਟ ਕੀਤਾ ਹੁੰਦਾ ਤਾਂ ਜ਼ਰੂਰਤ ਨਹੀਂ ਸੀ ਕਿ ਸਰਦਾਰ ਦਰਬਾਰਾ ਸਿੰਘ ਹੋਰੀ ਉਹਨਾਂ ਨੂੰ ਸਾਂਭਦੇ, ਕਿਉਂਕਿ ਸਮਾਜ ਦੇ ਵਿੱਚ ਇੱਕ ਕਮੀ ਹੈ, ਬਹੁਤ ਸਾਰੀ ਮਾਨਸਿਕਤਾ ਇਸ ਤਰੀਕੇ ਦੀ ਹੈ ਕਿ ਉਹਨਾਂ ਨੂੰ ਗਲਤ ਨਜ਼ਰੀਏ ਦੇ ਨਾਲ ਦੇਖਿਆ ਜਾਂਦਾ ਹੈ। ਪਰ ਸਾਨੂੰ ਬੜੀ ਉਮੀਦ ਹੈ ਕਿ ਇਹ ਗੱਲਾਂ ਸੁਣ ਕੇ, ਸਾਡੀ ਇਹ ਵੀਡੀਓ ਦੇਖ ਕੇ ਤੁਹਾਨੂੰ ਬਹੁਤ ਚੀਜ਼ਾਂ ਸਮਝ ਆਈਆਂ ਹੋਣਗੀਆਂ ਕਿ ਸਮਾਜ ਜ਼ਰੂਰ ਸੈਪਰੇਟ ਹੈਗਾ, ਪਰ ਇਸ ਸਮਾਜ ਦੇ ਵਿੱਚ ਇੱਜ਼ਤ ਦੇਣਾ ਸਾਡਾ ਮੁੱਢਲਾ ਫਰਜ਼ ਹੈ। ਔਰ ਧਨੰਜੇ ਹੋਰਾਂ ਨੇ ਕੋਸ਼ਿਸ਼ ਕੀਤੀ ਹੈ ਕਿ ਇੱਜ਼ਤ ਕਿਵੇਂ ਲਈ ਜਾਵੇ। ਉਹਨਾਂ ਨੇ ਬਹੁਤ ਸਾਰੇ ਐਫਰਟ ਕੀਤੇ, ਯੂਨੀਵਰਸਿਟੀ ਦੇ ਵਿੱਚ ਆਪਣਾ ਵੱਖਰਾ ਇੱਕ ਵਾਸ਼ਰੂਮ ਤੱਕ ਬਣਵਾਇਆ, ਇੱਕ ਵੱਖਰਾ ਹੋਸਟਲ ਤੱਕ ਬਣਵਾ ਲਿਆ, ਔਰ ਅੱਜ ਉਹਨਾਂ ਦੀ ਇੱਜ਼ਤ ਉਸੇ ਤਰੀਕੇ ਬਰਕਰਾਰ ਹੈ। ਉਹ ਕੋਸ਼ਿਸ਼ ਕਰ ਰਹੇ ਨੇ ਕਿ ਹੋਰ ਬੱਚਿਆਂ ਨੂੰ ਵੀ ਇਸੇ ਤਰ੍ਹਾਂ ਦੇ ਨਾਲ ਜਾਗਰੂਕ ਕਰਕੇ ਅੱਗੇ ਲਿਆਂਦਾ ਜਾਵੇ ਤਾਂ ਕਿ ਉਹਨਾਂ ਦਾ ਕੋਈ ਵੀ ਸ਼ੋਸ਼ਣ ਨਾ ਹੋਵੇ। ਸਾਨੂੰ ਉਮੀਦ ਹੈ ਕਿ ਸਾਡੀ ਇਹ ਵੀਡੀਓ ਤੁਹਾਨੂੰ ਜ਼ਰੂਰ ਪਸੰਦ ਆਈ ਹੋਏਗੀ। ਦੇਖਦੇ ਰਹੋ ਦਾ ਅਨਮੇਟ।